ਹਫ਼ਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਹੈ। ਦੀਪ ਸਿੱਧੂ ਹੁਣਾਂ ਦੇ ਨਿਮਿਤ ਪਾਠ ਦੇ ਭੋਗ ਸਮੇਂ ਫਤਿਹਗੜ੍ਹ ਸਾਹਿਬ ਵਿਖੇ ਹੋਏ ਲੱਖਾਂ ਦੇ ਇਕੱਠ ਨੇ ਸਭ ਨੂੰ ਹੈਰਾਨ ਕੀਤਾ ਅਤੇ ਸਰਕਾਰਾਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਹੈ। ਕਿਸਾਨੀ ਸੰਘਰਸ਼ ਤੋਂ ਬਾਅਦ ਦੀਪ ਸਿੱਧੂ ਦੀ ਮੌਤ ਨੇ ਇੱਕ ਵਾਰੀ ਫਿਰ ਪੰਜਾਬ ਦੀ ਜਵਾਨੀ ਦੇ ਵਿੱਚ ਰੋਸ ਅਤੇ ਜੋਸ਼ ਭਰ ਦਿੱਤਾ ਹੈ। ਇਹਨਾਂ ਜਜ਼ਬਾਤਾਂ ਤੇ ਆਧਾਰਿਤ ਇੱਕ ਸੈਗਮੈਂਟ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਪੰਜਾਬ ਦੇ ਮਹਾਨ ਸੁਰੀਲੇ ਗਾਇਕ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦੀ ਪਹਿਲੀ ਬਰਸੀ ਤੇ ਖਾਸ ਪ੍ਰੋਗਰਾਮ ਪੇਸ਼ ਕਰਾਂਗੇ, ਜਿਸ ਵਿੱਚ ਸਰਦੂਲ ਸਿਕੰਦਰ ਦੇ ਦਿਲ ਦੀਆਂ ਗੱਲਾਂ ਉਹਨਾਂ ਦੀ ਹੀ ਜ਼ੁਬਾਨੀ ਸੁਣਾਂਗੇ ਜੋ ਉਹਨਾਂ ਬਾਰੇ ਬਹੁਤ ਕੁਝ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰ ਸੁਣਦੇ ਹਾਂ, ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ, ਜੋ ਉਹਨੇ 2017 ਦੇ ਵਿੱਚ ਸਰੀ ਦੇ ਰੈਡ FM ਦੇ ਦੀਵਾਲੀ ਧਮਾਕਾ ਪ੍ਰੋਗਰਾਮ ਦੇ ਵਿੱਚ ਗਾਈ ਸੀ। ਇਹ ਵਾਰ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੂਰਮਗਤੀ ਨੂੰ ਬਿਆਨ ਕਰਦੀ ਹੈ, ਉੱਥੇ ਕੁਲਦੀਪ ਮਾਣਕ ਹੁਣਾਂ ਦੀ ਵੀ ਯਾਦ ਤਾਜ਼ਾ ਕਰਵਾਉਂਦੀ ਹੈ, ਜੋ ਹਮੇਸ਼ਾ ਇਸੇ ਵਾਰ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸਨ। ਤੇ ਇਹ ਮਹਾਨ ਗੀਤਕਾਰ ਦੇਵ ਥਰੀਕਿਆਂ ਵਾਲੇ ਦੀ ਵੀ ਯਾਦ ਤਾਜ਼ਾ ਕਰਾਉਂਦੀ ਹੈ, ਜਿਨੇ ਇਸ ਦੇ ਸਮੇਤ ਹੋਰ ਸੈਂਕੜੇ ਹੀ ਹਿੱਟ ਗੀਤ ਲਿਖ ਕੇ ਪੰਜਾਬੀ ਗੀਤ ਸੰਗੀਤ ਦੇ ਖਜ਼ਾਨੇ ਦੇ ਵਿੱਚ ਪਾਏ। ਦਰਅਸਲ ਅੱਜ ਦਾ ਪ੍ਰੋਗਰਾਮ ਹੀ ਯਾਦਗਾਰੀ ਪ੍ਰੋਗਰਾਮ ਹੈ।
24 ਫਰਵਰੀ ਦੀਪ ਸਿੱਧੂ ਹੋਣਾ ਦਾ ਸ਼ਰਧਾਂਜਲੀ ਸਮਾਰੋਹ ਫਤਿਹਗੜ੍ਹ ਸਾਹਿਬ ਦੇ ਵਿੱਚ ਸੀ, ਜਿੱਥੇ ਲੱਖਾਂ ਦਾ ਇਕੱਠ ਜਜ਼ਬਿਆਂ ਭਰਪੂਰ ਸੀ। ਉਸ ਦੇ ਆਧਾਰ ਤੇ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਪੇਸ਼ ਕਰਾਂਗੇ। 24 ਫਰਵਰੀ ਨੂੰ ਹੀ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦੀ ਪਹਿਲੀ ਬਰਸੀ ਸੀ। ਅੱਜ ਬਰਸੀ ਤੇ ਵਿਸ਼ੇਸ਼ ਇੱਕ ਖਾਸ ਸੈਗਮੈਂਟ ਪੇਸ਼ ਕਰਨਾ ਹੈ, ਜਿਸ ਦੇ ਵਿੱਚ ਉਨੀ ਦੇਸ਼ ਪ੍ਰਦੇਸ਼ ਟੀਵੀ ਦੇ ਪ੍ਰੋਗਰਾਮ ਦੇ ਰਾਹੀਂ ਆਪਣੇ ਚਾਹਣ ਵਾਲਿਆਂ ਦੇ ਨਾਲ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਕੀਤੀਆਂ ਸਨ। ਸਰਦੂਲ ਸਿਕੰਦਰ ਹੁਣਾਂ ਦੇ ਮੇਰੇ ਨਾਲ ਪਰਿਵਾਰਕ ਸੰਬੰਧ ਲੰਮੇ ਸਮੇਂ ਤੋਂ 88-99 ਤੋਂ ਰਹੇ ਹਨ। ਉਦੋਂ ਸਰਦੂਲ ਸਿਕੰਦਰ ਤੇ ਅਮਨ ਨੂਰੀ ਦੀਆਂ ਕੁਝ ਵੀਡੀਓਜ਼ ਵੀ ਮੈਂ ਬਣਾਈਆਂ ਸੀ ਇੱਥੇ ਸਰੀ ਦੇ ਵਿੱਚ ਹੀ। ਉਹਨਾਂ ਦਾ ਅਜੇ ਉਦੋਂ ਵਿਆਹ ਵੀ ਨਹੀਂ ਸੀ ਹੋਇਆ। ਮਿਊਜ਼ਿਕ ਵੇਵਜ਼ ਅਤੇ ਦੇਸ਼ ਪ੍ਰਦੇਸ਼ ਦੀ ਟੀਮ ਦੇ ਨਾਲ ਵੀ ਉਹਨਾਂ ਦੇ ਬਹੁਤ ਅੱਛੇ ਸੰਬੰਧ ਰਹੇ ਹਨ। 25 ਕੁ ਸਾਲ ਪਹਿਲਾਂ ਅਸੀਂ ਮਿਊਜ਼ਿਕ ਵੇਵਜ਼ ਵੱਲੋਂ ਉਹਨਾਂ ਦਾ ਇੱਕ ਯਾਦਗਾਰੀ ਬਹੁਤ ਹੀ ਜ਼ਬਰਦਸਤ ਸ਼ੋਅ ਵੈਨਕੂਵਰ ਦੇ ਵਿੱਚ ਕਰਾਇਆ ਸੀ, ਜੋ ਇਸ ਵੇਲੇ YouTube ਤੇ ਵੀ ਵੇਖਿਆ ਜਾ ਸਕਦਾ ਹੈ। ਇੱਕ ਵਾਰੀ ਉਹਨੇ ਦੇਸ਼ ਪ੍ਰਦੇਸ਼ ਟੀਵੀ ਰਾਹੀਂ ਪੰਜਾਬ ਤੋਂ ਹੀ ਆਪਣੇ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਜੋ ਸਰੋਤਿਆਂ ਲਈ ਬਹੁਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਅੱਜ ਉਹਨਾਂ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰਦਿਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਿਆਣੇ ਕਹਿੰਦੇ ਆ ਵਰਲਡ ਦੇ ਵਿੱਚ ਜਿਹੜਾ ਬੰਦਾ ਵੈਨਕੂਵਰ ਦੇ ਸਰੋਤਿਆਂ ਨੇ ਬੰਦਾ ਪਸੰਦ ਕਰ ਲਿਆ, ਉਹ ਵਰਲਡ ਦੇ ਵਿੱਚ ਬੰਦਾ ਕਾਮਯਾਬ ਹੈ, ਉਹ ਵਰਲਡ ਦੇ ਵਿੱਚ ਪਾਸ ਹੈ। ਇੱਕ ਜ਼ੋਰਦਾਰ ਤਾੜੀਆਂ ਆਪਣੇ ਨਾਂ ਤੇ ਮੇਰੇ ਵੱਲੋਂ। ਥੈਂਕ ਯੂ। ਤੁਸੀਂ ਜਿੱਥੇ ਵੀ ਬੈਠੇ ਹੋ, ਕੈਨੇਡਾ ਅਮਰੀਕਾ ਦੀ ਜਿਹੜੀ ਵੀ ਸ਼ਹਿਰ ਦੇ ਵਿੱਚ, ਜਿਹੜੀ ਵੀ ਧਰਤੀ ਤੇ, ਤੁਸੀਂ ਉੱਥੇ ਬੈਠੇ ਮੇਰੇ ਲਈ ਦੁਆਵਾਂ ਕੀਤੀਆਂ, ਢੇਰ ਸਾਰੀਆਂ ਦੁਆਵਾਂ ਕੀਤੀਆਂ, ਕਿਉਂਕਿ ਤੁਸੀਂ ਮੈਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ, ਆਪਣੀ ਰੂਹ ਦੇ ਵਿੱਚ ਜਗ੍ਹਾ ਦਿੱਤੀ ਹੈ। ਕੁਝ ਐਸੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਤੁਹਾਡੇ ਨਾਲ, ਜਿਹੜੀਆਂ ਅੱਜ ਤੱਕ ਚੈਨਲ ਰਾਹੀਂ ਜਾਂ ਪੇਪਰ ਰਾਹੀਂ ਤੁਹਾਡੇ ਨਾਲ ਨਹੀਂ ਕਰ ਸਕਿਆ। ਦੇਸ਼ ਪ੍ਰਦੇਸ਼ ਪ੍ਰੋਗਰਾਮ ਵਾਲਿਆਂ ਦਾ ਬਹੁਤ ਮਸ਼ਕੂਰ ਹਾਂ, ਮਮਨੂਨ ਹਾਂ, ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਕੀਤਾ ਆਪਣੇ ਦਿਲ ਦੀਆਂ ਕੁਝ ਗੱਲਾਂ ਕਰਨ ਲਈ। ਮੈਂ ਕੋਈ ਰਾਤੋਂ ਰਾਤ ਤੁਹਾਡੀ ਨਜ਼ਰ ਕਬੂਲ ਨਹੀਂ ਹੋਇਆ। ਤੁਸੀਂ ਰਾਤੋਂ ਰਾਤ ਮੈਨੂੰ ਆਪਣੇ ਰੂਹ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਮੈਂ ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਤੁਹਾਡੇ ਤੱਕ ਆਇਆ, ਤੁਹਾਡੀ ਰੂਹ ਤੱਕ ਆਇਆ। ਪਰ ਕੋਈ ਵੀ ਮੁਸ਼ਕਲ ਕੰਮ ਮੁਸ਼ਕਲ ਨਹੀਂ ਰਹਿ ਜਾਂਦਾ ਜਦੋਂ ਤੁਹਾਡੀ ਮੁਹੱਬਤ ਸਾਨੂੰ ਅਨਾਇਤ ਹੁੰਦੀ ਹੈ। ਕੋਈ ਵੀ ਕਲਾਕਾਰ, ਕੋਈ ਵੀ ਐਥਲੀਟ, ਐਕਟਰ, ਕੋਈ ਵੀ ਰਾਈਟਰ, ਪ੍ਰੋਡਿਊਸਰ, ਡਾਇਰੈਕਟਰ ਜੋ ਤੁਹਾਡੇ ਨਾਲ ਰਿਲੇਟਡ ਹੈ, ਜੋ ਤੁਹਾਡੇ ਨਾਲ ਤਾਲੁਕ ਰੱਖਦਾ ਹੈ, ਉਹ ਤੁਹਾਡੀਆਂ ਦੁਆਵਾਂ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਸੋ ਇਹਨਾਂ ਮੁਸ਼ਕਲਾਤਾਂ ਦੇ ਵਿੱਚੋਂ ਇੱਕ ਜ਼ਿਕਰ ਹੈ ਛੋਟਾ ਜਿਹਾ, ਕਿ ਮੈਂ ਉਦੋਂ ਸਟਰਗਲ ਜਦੋਂ ਕਰਦਾ ਸੀ, ਮੈਂ ਪਿੰਡ ਖੇੜੀ ਨੌ ਸਿੰਘ ਰਹਿੰਦਾ ਸੀਗਾ, ਤਾਂ ਦਿੱਲੀ ਉਹਨਾਂ ਦਿਨਾਂ ਵਿੱਚ ਭਾਵੇਂ ਮੇਰੇ ਲਈ ਕੈਨੇਡਾ ਅਮਰੀਕਾ ਸੀ, ਕਿਉਂਕਿ ਦਿੱਲੀ ਦਾ ਕਿਰਾਇਆ ਵੀ ਹਰੇਕ ਬੰਦੇ ਨੂੰ ਸਾਡੇ ਕਲਾਕਾਰਾਂ ਚੋਂ ਨਸੀਬ ਨਹੀਂ ਸੀ ਹੁੰਦਾ। ਸਟਰਗਲ ਜਿਹੜੇ ਕਰਦੇ ਸੀ ਲੋਕ, ਪੜੋਸੀਆਂ ਤੋਂ, ਗਵਾਂਢੀਆਂ ਤੋਂ ਕਿਰਾਇਆ ਮੰਗ ਕੇ ਲੈ ਕੇ ਜਾਣਾ। ਇੱਕੋ ਹੀ ਕੰਪਨੀ ਹੁੰਦੀ ਸੀ ਉਦੋਂ, ਰਿਕਾਰਡਿੰਗ ਕੰਪਨੀ, ਜਿਹਨੂੰ HMV ਕਹਿੰਦੇ ਸੀਗੇ। ਉਸ ਵੇਲੇ ਜਦੋਂ ਮੈਂ HMV ਕਿਰਾਇਆ ਭਾੜਾ ਮੰਗ ਕੇ ਇੱਥੋਂ ਦਿੱਲੀ ਪਹੁੰਚਣਾ, ਬੜੀ ਮੁਸ਼ਕਿਲ ਨਾਲ ਟਰੱਕਾਂ ਦੇ ਵਿੱਚ ਜਾਂ ਨਿਊਜ਼ਪੇਪਰ ਵਾਲੀ ਗੱਡੀਆਂ ਦੇ ਵਿੱਚ ਜਾਂਦਾ ਹੁੰਦਾ ਸੀਗਾ, ਕਿ ਅੱਧੇ ਪੈਸੇ ਲੱਗਦੇ ਹੁੰਦੇ ਸੀ ਉਹ 'ਚ। ਤਾਂ ਜਦੋਂ ਪਹੁੰਚਣਾ ਅੱਗੇ 6-7 ਵਜੇ ਸਵੇਰੇ ਚਲੇ ਜਾਣਾ, ਤੇ ਆਫਿਸ ਜਿਹੜੇ ਕੰਪਨੀਜ਼ ਦੇ ਉਹ 10 ਵਜੇ ਖੁੱਲ੍ਹਦੇ ਹੁੰਦੇ ਸੀ। ਬੱਸ ਸਟੈਂਡ ਤੇ ਜਾ ਕੇ ਸੋ ਜਾਣਾ 6-7 ਵਜੇ। ਪੁਲਿਸ ਵਾਲਿਆਂ ਨੇ ਆਉਣਾ, ਉਹਨਾਂ ਨੇ ਪਾਰਕ ਦੇ ਵਿੱਚੋਂ ਠੇਡੇ ਮਾਰ ਕੇ ਉਠਾ ਦੇਣਾ कि रात को पॉकेट मारते हो, दिन को यहाँ आके सो जाते हो, चलो उठो यहाँ से। मैं उठ जाना, उत्थों जाके टूटी ते नहा नू के वही कपड़े ਜਿਹੜੇ ਝੋਲੇ 'ਚ ਘਰੋਂ ਪਾ ਕੇ ਲਿਆਂਦੇ ਸੀ, ਉਹੀ ਪਾ ਕੇ ਕੰਪਨੀ ਦੇ ਵਿੱਚ ਚਲੇ ਜਾਣਾ। ਵੇ ਕੰਪਨੀ ਨੇ ਪਹਿਲਾਂ ਤਾਂ ਸਾਡੇ ਕੱਪੜੇ ਵੇਖ ਕੇ ਹੀ ਸਾਟੋ ਥੋੜਾ ਤੋਂ ਝਿਜਕਣਾ ਕਿ ਕਲਾਕਾਰ ਕਿੱਦਾਂ ਦਾ ਹੋ ਸਕਦਾ ਹੈ। ਫਿਰ ਉਸ ਟਾਈਮ ਦੇ ਜਿਹੜੇ ਬਹੁਤ ਵੱਡੇ ਨਾਮਵਰ ਆਰਟਿਸਟ ਕਲਾਕਾਰ ਸੀਗੇ, ਵੈਲ ਨੋਨ ਜਿਹੜੇ ਐਸਟੈਬਲਿਸ਼ ਕਲਾਕਾਰ ਸੀ ਉਦੋਂ ਦੇ, ਉਹ AC ਰੂਮ 'ਚ ਬੈਠੇ ਹੁੰਦੇ ਸੀਗੇ। ਤੇ ਸਾਨੂੰ ਇੱਥੋਂ ਸਾਡੇ 250-300 ਕਿਲੋਮੀਟਰ ਦਿੱਲੀ ਪੈਂਦਾ ਖੰਨੇ ਸ਼ਹਿਰ ਤੋਂ। ਸਾਨੂੰ ਪਾਣੀ ਵੀ ਨਹੀਂ ਸੀ ਪੁੱਛਦੇ ਹੁੰਦੇ ਕਿ ਕਿੱਥੋਂ ਆਏ ਹੋ ਤੁਸੀਂ, ਕੀ ਕਰਨਾ ਹੈ, ਪਾਣੀ ਪੀਓਗੇ ਜਾਂ ਨਹੀਂ ਪੀਓਗੇ। ਸੋ ਮੈਂ ਉਸ ਮੈਨੇਜਰ ਸਾਹਿਬ ਨੂੰ ਕਿਹਾ, ਜੀ ਮੈਨੂੰ ਇੱਕ ਵਾਰੀ ਸੁਣ ਲਓ। ਉਹਨਾਂ ਨੇ ਸੁਣਿਆ ਤੇ ਕਿਹਾ ਵੀ आप गाते तो बहुत अच्छा है, लेकिन हम
क्या करें, नए आर्टिस्टों को रिकॉर्ड नहीं करते हम लोग। ये रिस्क है, बहुत बड़ा रिस्क है कि नए आर्टिस्टों को रिकॉर्ड करना बहुत बड़ा रिस्क है। तो मैं उन्होंने रिक्वेस्ट की थी कि जनाब गल है सर कि कदे लता मंगेशकर भी था, कदे नवें सी, मोहम्मद रफ़ी साहब भी था, कदे नवें सी। कोई माँ दे पेट तो था कोई फनकार पैदा नहीं हुंदा, कोई आर्टिस्ट पैदा नहीं हुंदा। सब नूं तुसी लोग इत्थे कोई जगह देने हो, प्लेटफॉर्म देने हो तो बंदा स्टैबलिश हुंदा है। ये सारे कलाकार जिहड़े अज स्टार कलाकार ने, मानक साहब, सदीक साहब, छिंदा जी, गुरचरण पोली, जिहड़े भी उस टाइम दे केदीप जगमोहन कौर जी आर्टिस्ट सीगे, ये भी कदे नवे सीगे। कहना हाँ बात तो ठीक है आपकी, लेकिन क्या करें, हमारी कंपनी की मजबूरी है, हम आपको रिकॉर्ड नहीं कर सकते। वो लोग मैनू मोड़ते रहे तो मैं जाता रहा, मोड़ते रहे मैं जाता रहा। अखीर नूं वो अक गया बंदा मेरे तो, मैनेजर जिहड़े सीगे उस टाइम दे विच वो अक गया मेरे तो कि बंदा तो मेरा खैड़ा ही नहीं छड्डदा, की करा इहदा मैं। उन्हें मैनू टालण की कोशिश की, कहंदा अच्छा बात यह है कि हम आपको लेटर डालेंगे तो फिर आप आना। मैनू इस गल च बड़ी खुशी हुई कि मैंने 5-6 चक्कर मैनू मारदे नूं हो गए। 6 चक्करां दे विच इहने अज तक मैनू नहीं कहा कि तैनूं असीं चिट्ठी पावांगे, लैटर पावांगे। बड़ी खुशी दे विच, एक्साइटमेंट दे विच नीचे उतरिया ते मैं कहा कि भी अज मैनूं लैटर पाएगा बंदा, भी मैं फिर आवांगा इत्थे। पर मैनू नीचे आके याद आया कि इस बंदे ने मेरा एड्रैस तो लिया ही नहीं। बहुत अफसोस होया। फिर मैं उन्हीं पैरी वापस गया, उत्ते वापस गया तो मैंने कहा सर आपने मेरा एड्रेस तो लिया ही नहीं, आप मुझे लेटर कहाँ डालेंगे? कहता हाँ यार मैंने आपको एड्रेस नहीं पूछा। हाँ, वो जो एड्रेस मेरा लिखन लग गया, उन्हें सिगरेट पैकेट, सिगरेट दी डब्बी निकाली अपनी पिछली जेब दे विचों ते ओहदे कागज़ ते मेरा एड्रेस लिखन लग पिया। एड्रेस तो मैं लिखा देता, पर मैं मनो मनी बड़ा शर्मिंदगी महसूस की थी कि इस बंदे ने मेरा मन रखने लई कागज़ भी केड़ा लभ्या जिथे मेरा नाम लिखण, मेरा एड्रेस लिखण लगा। जदों आखिरी सिगरेट खत्म हुई, गारबेज दे विच सिगरेट दे पैकेट दे नाल ही मेरा फ्यूचर, मेरी जिंदगी वो भी नाल गारबेज दे विच चली जानी। मैं स्ट्रगल नहीं छोड़ी, क्योंकि भाई वीर सिंह होरां ने लिखिया है कि सीने खिच जिन्हां ने खाधी ओ कर आराम नहीं बहिंदे, वसलों ओरे मुकाम ना कोई ओ चाल पई नित रहिंदे। कि एक बारी अपने स्रोतियां दी नज़र कबूल होना है। परमात्मा रहमत करे, दाता कर्म करे मेरे ते कि मैं मेरे च उद्यम, मेरे च हिम्मत बना रहे। परमात्मा ने मैनू भाग लगाए, तुसी लोगों ने मैनू बड़ी मुहब्बत की थी, उस मुहब्बत का सिला मैं तुहाडे सामने आ। फिर एक बारी मैं बॉम्बे रिकॉर्डिंग कर रहा सी तो उही मैनेजर उस कंपनी चो किते होर, उतों किते होर, उतों किते होर, अगे चौथी कंपनी च किते आया। उन्होंने पता लगा कि मैं इत्थे रिकॉर्डिंग कर रहा। वो बाहर मेरी वेट करते सीगे, मैनू कहंदे सरदूल जी पहचाना आपने मुझे? मैं क्या जी खासा, मैं आपको तो भूल ही नहीं सकता, क्योंकि मंजिल का निशाना मुझे आपसे ही मिला है, मैं आपको कभी नहीं भूल सकता। कहता जी मैं यहाँ इस कंपनी में नया मैनेजर आया हूँ, आप मुझे मेरी हेल्प करेंगे? मैंने कहा जी बोलो क्या हेल्प करूँ? कहते जी वो मेरे लिए काम करोगे, कैसेट करोगे मेरे लिए? मैंने कहा जी वैसे तो मैं नए मैनेजर के साथ काम ही नहीं करता, क्योंकि बड़ा रिस्क होता है, नए मैनेजरों के साथ काम करना बड़ा रिस्क होता है, ऐसे कर नहीं सकते, लेकिन अगर आप अफोर्ड कर सकते हैं तो मुझे मैं ज़रूर आपके साथ काम करूँगा। सो ऐसे होंदा रहिंदा है, इदां बहुत गल्लां होर ने तुहाडे नाल सांझियां करन वालियां, पर टाइम बहुत शॉर्ट है। जिंदगी चाहिए है मैनू, जिन्ना टाइम में मैं उस स्ट्रगल की है, कम से कम उन्ना टाइम तो मैनू चाहिए तुहाडे नाल गल्लां करन लई। मेरा दिल करता है कि इन्हू खुल के सामने पेश करा, जे तुहाडे वल्लों भरमा हुंगारा मैनू मिले, जे तुसीं सुनोगे तो प्लीज। दम दे नाल दमामा मजदा यारो, दम दियां सबे कारां, दम ही सजन दम ही दुश्मन, अते दम नाल मौज बहार।
ਜਿੱਦਾਂ ਮੈਂ ਆਪਣੀ ਜ਼ਿੰਦਗੀ ਦੇ ਕੁਝ ਪਲ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਮੇਰਾ ਜੀ ਕਰਦਾ ਕਿ ਤੁਹਾਨੂੰ ਥੋੜਾ ਮੈਂ ਸਟਰਗਲ ਬਾਰੇ ਦੱਸਦਾ ਰਵਾਂ, ਕਿਵੇਂ ਕਿਵੇਂ ਹੁੰਦਾ ਰਿਹਾ ਸਾਰਾ ਕੁਝ। ਜਿੱਦਾਂ ਇੱਕ ਵਾਰੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਦੇ ਕੋਲ ਪਿੰਡ ਇੱਕ ਰਿਹਾਣਾ, ਤੇ ਉੱਥੇ ਇੱਕ ਵਾਰੀ ਅਸੀਂ ਗਏ, ਤਿੰਨੋਂ ਭਰਾ ਛੋਟੇ ਛੋਟੇ ਹੁੰਦੇ। ਉੱਥੇ ਕੰਪੀਟੀਸ਼ਨ ਸੀਗਾ ਮਿਊਜ਼ੀਕਲ ਕੋਈ। ਉੱਥੇ ਪਹੁੰਚੇ ਤਾਂ ਉਹ ਸਾਨੂੰ ਵੇਖ ਕੇ ਹੱਸਣ ਲੱਗ ਪਏ, ਕਹਿੰਦੇ ਜੀ ਇਹ ਕਾਲੇ ਕਾਲੇ ਮੁੰਡੇ ਵਿਚਾਰੇ ਕਿੱਥੋਂ ਆਏ ਨੇ। ਤੇ ਜਦੋਂ ਮੇਰੀ ਉਮਰ ਮੇਰਾ ਖਿਆਲ ਹੈ ਵੱਧ ਤੋਂ ਵੱਧ 8 ਜਾਂ 9 ਸਾਲ ਦੀ ਹੋਣੀ ਹੈ, ਅਸੀਂ ਕੰਪੀਟੀਸ਼ਨ ਜਦੋਂ ਗਾਣਾ ਸ਼ੁਰੂ ਕੀਤਾ ਤਿੰਨਾਂ ਭਰਾਵਾਂ ਨੇ, ਤਾਂ ਉੱਥੇ ਜੱਜਮੈਂਟ ਜਿਹੜੀ ਅਨਾਉਂਸ ਹੋਈ ਥੋੜੀ, ਉਹ ਇੱਕ ਬਹੁਤ ਖੂਬਸੂਰਤ ਇੱਕ ਗਾਇਕਾ ਸੀ ਉਸ ਟਾਈਮ ਦੀ, ਉਹਦੇ ਹੱਕ 'ਚ ਫੈਸਲਾ ਹੋ ਗਿਆ। ਜਦੋਂ ਅਨਾਉਂਸ ਹੋਈ ਤਾਂ ਸਾਰੇ ਲੋਕ ਜਿਹੜੇ ਸੀ, ਆਡੀਅנס ਜਿਹੜੀ ਸੀ, ਉਹ ਕੁਰਸੀਆਂ ਦੇ ਉੱਤੇ ਖੜੀ ਹੋ ਗਈ, ਰੌਲਾ ਪਾਉਣ ਲੱਗੇ ਕਿ ਨਹੀਂ ਨਹੀਂ ਇਹ ਫੈਸਲਾ ਠੀਕ ਨਹੀਂ ਹੈ, ਫੈਸਲਾ ਠੀਕ ਨਹੀਂ ਹੈ। ਤਾਂ ਉਹ ਜਿਹੜੇ ਕੰਪੇਅਰ ਸੀਗੇ, ਜਿਹੜੇ ਐਂਕਰਿੰਗ ਕਰਦੇ ਸੀ, ਉਹ ਕਹਿੰਦੇ ਵੀ ਇਦਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਸਾਰੇ ਬੰਦੇ, ਵੀ ਸਾਨੂੰ ਇੱਕ ਬੰਦਾ ਦੱਸੋ। ਤਾਂ ਸਾਰੇ ਚੁੱਪ ਕੀਤੇ। ਉਹ ਬੰਦਾ ਕਹਿੰਦਾ ਵੀ ਇਹ ਸਾਨੂੰ ਇੱਕ ਗੱਲ ਦਾ ਤੁਸੀਂ ਦੱਸੋ, ਮੁਕਾਬਲਾ ਹੈ ਦਾ ਹੋ ਰਿਹਾ ਹੈ ਜਾਂ ਮਾਡਲਿੰਗ ਹੋ ਰਹੀ ਹੈ ਜਾਂ ਖੂਬਸੂਰਤੀ ਦਾ ਮੁਕਾਬਲਾ ਹੋ ਰਿਹਾ ਹੈ। ਉਹ ਕਹਿੰਦੇ ਜੀ ਸਿੰਗਿੰਗ ਦਾ ਮੁਕਾਬਲਾ ਹੋ ਰਿਹਾ ਹੈ। ਕਹਿੰਦੇ ਜੇ ਸਿੰਗਿੰਗ ਦਾ ਮੁਕਾਬਲਾ ਹੈ ਤਾਂ ਫਿਰ ਇਸ ਕੰਪੀਟੀਸ਼ਨ ਦੇ ਵਿੱਚੋਂ ਜਿਹੜੇ ਤਿੰਨੋਂ ਭਰਾ ਕਾਲੇ ਕਾਲੇ ਜਿਹੜੇ ਆਏ ਹੈ, ਇਹ ਅੱਜ ਦਾ ਜਿਹੜਾ ਇਨਾਮ ਹੈ, ਫਸਟ ਜਿਹੜਾ ਪ੍ਰਾਈਜ਼ ਹੈ, ਇਹ ਉਹਨਾਂ ਨੂੰ ਜਾਂਦਾ ਹੈ, ਵਿਨਰ ਉਹ ਨੇ। ਬੜਾ ਜੀ ਰੌਲਾ ਪਾਇਆ ਸਾਰੇ ਹੋਰ ਲੋਕਾਂ ਨੇ, ਜਿਹੜੇ ਜੱਜਸ ਦੇ ਨਾਲ ਸੀਗੇ ਬੰਦੇ। ਉਸ 21ਵੀਂ ਸਾਧ ਸੰਗਤ ਦੀ ਆਡੀਅנס ਦੀ ਫਿਰ ਜੱਜਸ ਨੂੰ ਵੀ ਮੰਨਣੀ ਪਈ ਕਿ ਹਾਂ ਵਾਕਈ ਇਹ ਉਹਨਾਂ ਦਾ ਹੀ ਬਣਦਾ ਹੈ। ਸੋ ਫਿਰ ਸਾਨੂੰ ਉਹਨਾਂ ਨੇ ਫਸਟ ਪ੍ਰਾਈਜ਼ ਦਿੱਤਾ। ਤਾਂ ਉਹ ਦਿਨ ਜਿਹੜਾ ਸਾਡੀ ਜ਼ਿੰਦਗੀ ਦਾ ਇੱਕ ਐਸਾ ਦਿਨ ਹੈ, ਮੇਰੀ ਜ਼ਿੰਦਗੀ ਦਾ, ਜਿਹੜਾ ਪ੍ਰਾਈਜ਼ ਜੋ ਮੈਨੂੰ ਮਿਲਿਆ, ਹੁਣ ਜਿਹੜੇ ਪ੍ਰਾਈਜ਼ ਨੇ ਉਹਦੇ ਵਿਆਜ ਨੇ, ਉਹਦਾ ਸੂਦ ਹੈ ਜੋ ਮੈਨੂੰ ਮਿਲ ਰਿਹਾ ਹੈ। ਇੱਦਾਂ ਦੇ ਬਹੁਤ ਇਨਸੀਡੈਂਟ ਹੋਰ ਵੀ ਨੇ, ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮੇਰਾ ਦਿਲ ਕਰਦਾ ਕਿ ਕਿਉਂਕਿ ਗਾਣੇ ਤਾਂ ਤੁਸੀਂ ਸੁਣਦੇ ਹੀ ਰਹਿੰਦੇ ਹੋ ਮੇਰੇ, ਮੈਂ ਇੱਦਾਂ ਦਾ ਜ਼ਿਕਰ, ਇੱਦਾਂ ਦੀਆਂ ਕੁਝ ਗੱਲਾਂ, ਜਿਵੇਂ ਕਿ ਮੇਰੇ ਬਿਮਾਰ ਹੋਣ 'ਤੇ ਮੈਂ ਪੇਪਰ ਦੇ ਵਿੱਚ ਪੜ੍ਹਦਾ ਹੁੰਦਾ ਸੀ ਪਿਆ ਕਿ ਕਿੱਥੇ ਕਿੱਥੇ ਗੁਰਦੁਆਰਾ ਸਾਹਿਬ ਅਰਦਾਸਾਂ ਕੀਤੀਆਂ, ਕਿੱਥੇ ਕਿੱਥੇ ਮਜ਼ਾਰਾਂ 'ਤੇ ਲੋਕਾਂ ਨੇ ਚਾਦਰਾਂ ਚੜ੍ਹਾਈਆਂ, ਕਿੱਥੇ ਕਿੱਥੇ ਹਵਨ ਕੀਤੇ ਗਏ, ਤੇ ਕਿੱਥੇ ਕਿੱਥੇ ਮੰਦਰਾਂ 'ਚ ਵਰਤ ਰੱਖੇ ਗਏ ਲੋਕਾਂ ਵੱਲੋਂ। ਤੇ ਮੈਂ ਦੇਣਦਾਰ ਹਾਂ, ਮੈਂ ਤਾਂ ਕਰਜ਼ਦਾਰ ਹਾਂ ਆਪਣੀ ਆਡੀਅנס ਦਾ, ਆਪਣੇ ਸਰੋਤਿਆਂ ਦਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ, ਇਸ ਜਨਮ 'ਚ ਕਰਜ਼ ਮੇਥੋਂ ਉਤਾਰ ਨਹੀਂ ਹੋਣਾ, ਤੇ ਪ੍ਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਕੋਈ ਹੋਰ ਜਨਮ ਦਿੱਤਾ ਤਾਂ ਸ਼ਾਇਦ ਮੈਂ ਤੁਹਾਡਾ ਕਰਜ਼ ਉਤਾਰ ਸਕਾਂ, ਤੁਹਾਡੀਆਂ ਕੀਤੀਆਂ ਦੁਆਵਾਂ ਦਾ, ਤੁਹਾਡੀਆਂ ਕੀਤੀਆਂ ਅਰਦਾਸਾਂ ਦਾ, ਤੁਹਾਡੀ ਕੀਤੀ ਮੁਹੱਬਤ ਦਾ। ਸੋ ਮੈਂ ਇਸ ਜਨਮ 'ਚ ਕਰਜ਼ਾ ਤਾਂ ਕੀ, ਮੈਂ ਇੱਕ ਇੰਸਟਾਲਮੈਂਟ, ਇੱਕ ਪ੍ਰੋਗਰਾਮ ਰਾਹੀਂ, ਇੱਕ ਕੈਸਟ ਰਾਹੀਂ, ਇੱਕ ਗਾਣੇ ਰਾਹੀਂ ਮੈਂ ਤੁਹਾਡੀ ਇੰਸਟਾਲਮੈਂਟ, ਤੁਹਾਡੀ ਕਿਸ਼ਤ ਮੈਂ ਪੂਰੀ ਕਰਨ ਦੀ ਕੋਸ਼ਿਸ਼, ਅਦਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਉਮੀਦ ਹੈ ਤੁਹਾਨੂੰ ਮਨਜ਼ੂਰ ਹੈ। ਉਹ ਰੀਸ ਸੌਣ ਵਿੱਚ ਕਰਦੇ ਆ ਕੇ ਮੋਹਰ ਪੰਜਾਬਣ ਦੀ, ਆ ਕੇ ਮੋਹਰ ਪੰਜਾਬਣ ਦੀ, ਸਿੱਖ ਲੈ ਕਲੈਰੀਆ ਮੋਹਰਾ ਵੇ ਤੁਰਨਾ ਤੋਰ ਪੰਜਾਬਣ ਦੀ, ਸਿੱਖ ਲੈ ਕਲੈਰੀਆ ਮੋਹਰਾ ਵੇ ਤੁਰਨਾ ਤੋਰ। ਗੱਲਾਂ ਦੀ, ਯਾਦਾਂ ਦੀ ਕੁਝ ਲੜੀ ਜਾਰੀ ਹੈ ਤੁਹਾਡੇ ਨਾਲ। ਮੈਂ ਸੋਚ ਰਿਹਾ ਹੁੰਦਾ, ਕਈ ਵਾਰ ਮੇਰੇ ਮਨ ਦੇ ਵਿੱਚ ਆਉਂਦਾ ਹੈ ਕਿ ਜਦੋਂ ਵੀ ਅਬਰਾਡ ਮੈਂ ਜਾਣਾ, ਕਿਉਂਕਿ ਅੱਜ ਕੱਲ੍ਹ ਮਲਟੀ ਸਟਾਰ ਸਿੰਗਰਸ ਦਾ ਜਾਂ ਐਕਟਰਸ ਦਾ ਰਿਵਾਜ਼ ਹੋ ਗਿਆ ਕਾਫੀ, ਇਸ ਕਰਕੇ ਬਹੁਤ ਸਾਰੇ ਆਰਟਿਸਟ ਭੈਣਾਂ ਭਰਾ ਨਾਲ ਹੁੰਦੇ ਆ ਜਦੋਂ ਤੁਹਾਡੇ ਕੋਲ ਆਈਦਾ। ਪਰ ਸ਼ੁਰੂ ਤੋਂ ਮੇਰੇ ਮਨ ਦੇ ਵਿੱਚ ਇੱਕ ਇੱਛਾ ਰਹੀ ਹੈ ਕਿ ਮੈਂ ਸੋਲੋ ਪਰਫਾਰਮ ਕਰਕੇ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਾਂ, ਗਾਣੇ ਤੁਹਾਡੇ ਰੂਬਰੂ ਕਰਾਂ, ਤੁਹਾਡੀ ਪਸੰਦ ਦੇ ਗਾਣੇ ਹੋਣ ਤੇ ਮੇਰੀ ਪਸੰਦ ਦੀਆਂ ਗੱਲਾਂ ਹੋਣ। ਪਰ ਇਦਾਂ ਦਾ ਕੁਝ ਪੈਟਰਨ, ਕੁਝ ਇਦਾਂ ਦਾ ਕਨਸੈਪਟ ਬਣ ਨਹੀਂ ਸਕਿਆ, ਕੋਈ ਸਾਕਾਰ ਨਹੀਂ ਹੋ ਸਕਿਆ, ਕਿਉਂਕਿ ਜਦੋਂ ਵੀ ਅਸੀਂ ਆਈਦਾ ਉਦੋਂ ਹੀ ਮਤਲਬ ਕੋਈ ਨਾ ਕੋਈ 5-4 ਆਰਟਿਸਟ ਨਾਲ ਹੁੰਦੇ ਆ, ਟਾਈਮ ਬਹੁਤ ਘੱਟ ਮਿਲਦਾ ਹੈ। ਦਿਲ ਦੀਆਂ ਗੱਲਾਂ ਜਿੰਨੀਆਂ ਦਿਲ 'ਚ ਸੋਚ ਕੇ ਆਈਦੀਆਂ ਨੇ ਕਿ ਇਹ ਅਸੀਂ ਆਪਣੇ ਬਾਹਰ ਬੈਠੇ ਪਰਦੇਸੀ ਭੈਣਾਂ ਭਰਾਵਾਂ ਨਾਲ ਕਰਨੀਆਂ ਨੇ, ਆਪਣੇ ਢਿੱਡ ਦੀਆਂ ਗੱਲਾਂ, ਦਿਲ ਦੀਆਂ ਗੱਲਾਂ ਕਰਨੀਆਂ ਨੇ, ਪਰ ਨਹੀਂ ਹੁੰਦੀਆਂ। ਹਮੇਸ਼ਾ ਟਾਈਮ ਦੀ ਲਿਮਿਟ ਐਸੀ ਹੁੰਦੀ ਹੈ, ਬੰਦਿਸ਼ ਐਸੀ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ, ਹਾਲ ਦੀਆਂ ਲਾਈਟਸ ਆਫ ਹੋ ਜਾਂਦੀਆਂ ਨੇ ਤੇ ਟਾਈਮ ਪੂਰਾ ਹੋ ਜਾਂਦਾ, ਪਤਾ ਨਹੀਂ ਲੱਗਦਾ। ਇੰਨੀਆਂ, ਕਿਉਂਕਿ ਜਿਹੜੇ ਲੋਕ ਸਾਨੂੰ ਸੁਣਨ ਵਾਸਤੇ ਆਉਂਦੇ ਆ, ਤੁਸੀਂ ਲੋਕ ਜਦੋਂ ਸਾਨੂੰ ਸੁਣਨ ਲਈ ਆਉਂਦੇ ਹੋ,
ਤਾਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਹੁੰਦਾ ਹੈ ਕਿ ਕਲਾਕਾਰ ਕਿੱਦਾਂ ਦਾ ਹੈ, ਇਹ ਤੋਂ ਕੀ ਸੁਣਨਾ ਹੈ। ਤਾਂ ਨੈਚੁਰਲੀ ਜਦੋਂ ਤੁਸੀਂ ਸਾਨੂੰ ਤਸ਼ਰੀਫ ਲੈ ਕੇ ਆਉਂਦੇ ਹੋ ਸਾਡੇ ਤੁਸੀਂ ਪ੍ਰੋਗਰਾਮ ਦੇ ਵਿੱਚ, ਤੁਸੀਂ ਸ਼ਿਰਕਤ ਕਰਦੇ ਹੋ, ਤੁਸੀਂ ਤੁਹਾਡੀ ਇਨਵੋਲਵਮੈਂਟ ਹੁੰਦੀ ਹੈ, ਤਾਂ ਨੈਚੁਰਲੀ ਤੁਹਾਨੂੰ ਇਹ ਹੁੰਦਾ ਵੀ ਆਹ ਵੀ ਸੁਣਾਂਗੇ, ਉਹ ਵੀ ਸੁਣਾਂਗੇ, ਇੱਦਾਂ ਕਰਾਂਗੇ। ਰਿਕਾਰਡਡ ਗਾਣੇ ਜਿੱਦਾਂ ਤੁਸੀਂ ਕੈਸਟ ਤੇ ਲਾ ਕੇ ਘਰ ਬੈਠ ਕੇ ਟੀਵੀ ਤੇ ਸੁਣਨਾ ਵੱਖਰੀ ਗੱਲ ਹੈ, ਰੂਬਰੂ ਕਿਸੇ ਨੂੰ ਸੁਣਨਾ ਵੱਖਰੀ ਗੱਲ ਹੈ। ਉਹ ਗਾਣਿਆਂ ਦੇ ਵਿੱਚ ਕਿੰਨਾ ਕੁਝ ਅਸੀਂ ਕਰਨਾ ਚਾਹੁੰਦੇ ਹਾਂ ਤੁਹਾਡੇ ਰੂਬਰੂ ਹੋ ਕੇ, ਕਿ ਉਹਦੇ ਵਿੱਚ ਕੁਝ ਨਵੀਨਤਾ, ਕੁਝ ਹੋਰ ਨਵੀਆਂ ਚੀਜ਼ਾਂ ਅਸੀਂ ਕਰਨੀਆਂ ਚਾਹੁੰਦੇ ਹਾਂ ਪਰ ਨਹੀਂ ਹੁੰਦੀਆਂ। ਇਹ ਮੇਰੀ ਜਿਹੜੀ ਇੱਛਾ ਹੈ, ਇਹ ਸ਼ਾਇਦ ਕਦੇ ਜ਼ਿੰਦਗੀ 'ਚ ਪੂਰੀ ਹੋਣੀ ਹੈ ਜਾਂ ਨਹੀਂ ਹੋਣੀ, ਕਿ ਬਸ ਤੁਸੀਂ ਹੋਵੋ ਤੇ ਮੈਂ ਹੋਵਾਂ, ਤੁਹਾਡੀਆਂ ਸਾਡੀਆਂ ਗੱਲਾਂ ਹੋਣ। ਪਰ ਪ੍ਰਮੋਟਰਸ ਦੀ ਵੀ ਮਜਬੂਰੀ ਹੁੰਦੀਆਂ ਨੇ, ਉਹ ਚਾਹੁੰਦੇ ਆ ਕਿ ਹਰ ਇੱਕ ਆਰਟਿਸਟ ਦੇ ਆਪਣੀ ਆਡੀਅנס ਹੁੰਦੀ ਹੈ, ਆਪਣੇ ਸਰੋਤੇ ਹੁੰਦੇ ਆ, ਕਿ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਸਰਦੂਲ ਸਿਕੰਦਰ ਆਇਆ, 500 ਇਹਦਾ ਬੰਦਾ ਆ ਜਾਏਗਾ, 500 ਦੂਸਰੇ ਬੰਦੇ ਦਾ ਆ ਜਾਏਗਾ, 500 ਤੀਸਰੇ ਦਾ ਆ ਜਾਏਗਾ। ਇਸ ਕਰਕੇ ਮਲਟੀ ਸੈਟਅਪ ਉਹਨਾਂ ਨੂੰ ਕਰਨਾ ਪੈਂਦਾ ਹੈ, ਜਿਹੜਾ ਕਿ ਕੋਈ ਵੀ ਆਰਟਿਸਟ ਜਿੰਨੀ ਪਰਫੈਕਟ ਜਿਹੜੀ ਪਰਫਾਰਮੈਂਸ ਹੈ ਉਹ ਨਹੀਂ ਕਰ ਸਕਦਾ। ਉਸ ਟਾਈਮ ਦੀ ਬੰਦਿਸ਼, 3 ਗਾਣਿਆਂ 'ਚ ਬੰਦਾ ਕੀ ਗੱਲਾਂ ਕਰੇਗਾ, ਕੀ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੇਗਾ, ਕੀ ਤੁਹਾਡੇ ਨਾਲ ਗਾਣੇ ਸਾਂਝੇ ਕਰੇਗਾ। ਇਸ ਕਰਕੇ ਮਨ ਦੀਆਂ ਗੱਲਾਂ ਮਨ ਦੇ ਵਿੱਚ ਰਹਿ ਜਾਂਦੀਆਂ ਨੇ। ਸਾਡਾ ਦਿਲ ਕਰਦਾ ਹੁੰਦਾ ਹੈ ਕਿ ਤੁਹਾਡੇ ਵਿੱਚ ਜਾ ਕੇ ਗਾਇਆ ਜਾਵੇ, ਤੁਸੀਂ ਜਿੱਥੇ ਬੈਠੇ ਹੋ ਤੁਹਾਡੇ ਕੋਲ ਜਾ ਕੇ ਗਾਇਆ ਜਾਵੇ, ਪਰ ਡਿਸਟੈਂਸ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ, ਤੁਹਾਡੀ ਗੱਲ ਸਾਡੇ ਤੱਕ ਨਹੀਂ ਪਹੁੰਚਦੀ। ਸਿਰਫ ਕਲੈਪ ਜਾਂ ਫਿਰ ਬਹੁਤ ਜਿਹੜੇ ਸਾਡੇ ਦੋਸਤ ਖਾ ਪੀ ਕੇ ਜਾਂਦੇ ਆ, ਉਹਨਾਂ ਦੀਆਂ ਬੜਕਾਂ ਤੇ ਉਹਨਾਂ ਦੇ ਮੱਗੇ ਸਾਨੂੰ ਸੁਣਦੇ ਆ। ਤੇ ਤੁਹਾਡੀ ਸਾਡੀਆਂ ਕਈ ਭੈਣਾਂ ਜਿਹੜੀਆਂ ਦਿਲ ਦੇ ਵਲਵਲੇ ਲੈ ਕੇ ਜਾਂਦੀਆਂ ਕਿ ਅੱਜ ਅਸੀਂ ਆਪਣੇ ਵੀਰ ਤੋਂ ਇਹ ਸੁਣਨਾ ਹੈ, ਅੱਜ ਇਹ ਸੁਣਨਾ ਹੈ, ਔਰ ਉਹ ਗੱਲ ਹੋ ਹੀ ਨਹੀਂ ਸਕਦੀ, ਆ ਹੀ ਨਹੀਂ ਸਕਦੇ ਤੁਸੀਂ ਸਟੇਜ ਤੇ। ਪਰਚੀ ਤੁਹਾਡੀ ਸਟੇਜ ਤੇ ਨਹੀਂ ਆ ਸਕਦੀ, ਕਿਉਂਕਿ ਉਹ ਸਿਕਿਉਰਿਟੀ ਹੁੰਦੀ ਹੈ ਤੇ ਕੁਝ ਸ਼ਰਾਬੀ ਭਰਾ ਸਾਡੇ ਖੜੇ ਹੁੰਦੇ ਆ, ਭੈਣਾਂ ਸਾਡੀਆਂ ਇਸ ਕਰਕੇ ਵੀ ਨਹੀਂ ਆਉਂਦੀਆਂ, ਮਾਵਾਂ ਨਹੀਂ ਸਾਡੀਆਂ ਆਉਂਦੀਆਂ। ਉਹ ਰੇਡੀਓ ਤੇ ਫਿਰ ਸਾਡੇ ਨਾਲ ਮੁਖਾਤਬ ਨੇ, ਵੀਰਾ ਅਸੀਂ ਆਹ ਸੁਣਨਾ ਸੀ, ਬੇਟਾ ਅਸੀਂ ਆਹ ਸੁਣਨਾ ਸੀ। ਬਜ਼ੁਰਗ ਸਾਡੇ ਕਹਿੰਦੇ ਅਸੀਂ ਤਾਂ ਨਹੀਂ ਜਾਂਦੇ, ਉੱਥੇ ਸ਼ੋਰ ਸ਼ਰਾਬਾ ਇਸ ਕਰਕੇ ਹੁੰਦਾ। ਸਾਡਾ ਦਿਲ ਕਰਦਾ ਬਹੁਤ ਸੁਣਨ ਨੂੰ। ਫਿਰ ਕਈ ਵਾਰ ਤੁਹਾਡੇ ਵਿੱਚੋਂ ਜਿਹੜੇ ਸਾਡੇ ਬਹੁਤ ਇੱਛੁਕ ਨੇ, ਸਾਡੇ ਬਹੁਤ ਚਾਹਣ ਵਾਲੇ ਨੇ, ਫਿਰ ਉਹ ਇੰਡੀਆ 'ਚ ਜਦੋਂ ਵੀ ਕੋਈ ਵਿਆਹ ਸ਼ਾਦੀ ਕਰਦੇ ਆ, ਬਰਥਡੇ ਕਰਦੇ ਆ ਜਾਂ ਕੋਈ ਹੋਰ ਪ੍ਰੋਗਰਾਮ ਕਰਦੇ ਆ, ਫਿਰ ਸਾਨੂੰ ਆਪਣੇ ਘਰ ਪਰਸਨਲ ਸੱਦ ਕੇ ਆਪਣੀਆਂ ਰੀਝਾਂ ਲਾਉਂਦੇ ਆ। ਅਸੀਂ ਵੀ ਫਿਰ ਆਪਣੀਆਂ ਰੀਝਾਂ ਉੱਥੇ ਲਾਈ ਦੀਆਂ ਨੇ। ਇਸ ਕਰਕੇ ਦਿਲ ਕਰਦਾ ਇੱਕ ਵਾਰੀ ਤੁਹਾਡੇ ਵਤਨ ਆ ਕੇ, ਤੁਹਾਡਾ ਆਪਣਾ ਭਰਾ ਤੁਹਾਡੇ ਨਾਲ ਰੂਬਰੂ ਹੋਵੇ, ਕੋਈ ਹੋਰ ਨਾ ਹੋਵੇ, ਤੁਸੀਂ ਹੋਵੋ ਤੇ ਆਸੀ ਹੋਈ। ਫਿਰ ਚੱਕ ਲੋ ਫਿਰ ਬਹਿ ਜਾ ਹੋਗੀ ਨੀ ਜਦ ਨੱਚੀ ਗਿੱਧੇ ਵਿੱਚ ਆਣ ਕੇ। ਫਿਰ ਬਹਿ ਜਾ ਫਿਰ ਚੱਕ ਲੋ ਫਿਰ ਬਹਿ ਜਾ ਹੋਗੀ ਜਦ ਨੱਚੀ ਗਿੱਧੇ ਵਿੱਚ ਆਣ ਕੇ। ਜਿਵੇਂ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਈ ਸਾਂਝੀਆਂ ਕਰਨ ਲੱਗਾ ਵਾਂ, ਤੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਕਿ ਅਸੀਂ ਜਲੰਧਰ ਦੂਰਦਰਸ਼ਨ ਤੇ 3 ਭਰਾ, ਮੇਰੇ ਦੋਨੋਂ ਵੱਡੇ ਭਰਾ ਗਬਦੂਰ, ਅਮਨ, ਭਰਪੂਰ, ਅਸੀਂ ਤਿੰਨੋਂ ਹੀ ਕਾਫੀਆਂ ਤੇ ਗਜ਼ਲਾਂ ਗਾਉਂਦੇ ਹੁੰਦੇ ਸੀ ਟੀਵੀ ਤੇ, ਦੂਰਦਰਸ਼ਨ ਤੇ। ਤਾਂ ਇੱਕ ਵਾਰੀ ਹਮੇਸ਼ਾ ਕਿਰਾਇਆ ਮੰਗ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਗੁਆਂਢੀਆਂ ਪੜੋਸੀਆਂ ਤੋਂ। ਜਦੋਂ ਉੱਥੇ ਜਾ ਕੇ ਕਾਫੀਆਂ ਗਾਉਣੀਆਂ ਰੇਡੀਓ ਤੇ ਜਾਂ ਗਜ਼ਲਾਂ ਗਾਉਣੀਆਂ, ਤਾਂ ਅਸੀਂ ਪਿੰਡ 'ਚ ਦੱਸ ਕੇ ਜਾਣਾ ਕਿ ਸਾਡਾ ਪ੍ਰੋਗਰਾਮ ਆਉਣਾ ਹੈ, ਅੱਜ ਸੁਣਿਓ। ਤਾਂ ਜਦੋਂ ਸੁਣਨਾ, ਉਹਨਾਂ ਨੇ ਕਹਿਣਾ ਵਾਹ ਵੀ ਵਾਹ, ਸ਼ਾਬਾਸ਼ ਤੁਹਾਡੇ ਗਿਆ ਬਿਨਾਂ ਗੱਡਾ ਖੜਾ ਸੀ ਉੱਥੇ, ਜੋ ਤੁਸੀਂ ਗਾ ਕੇ ਆਏ ਹੋ ਉਹਦੇ ਬਿਨਾਂ ਸਰ ਨਹੀਂ ਸੀ ਸਕਦਾ ਉੱਥੇ। ਉਹ ਕਹਿਣ ਤੋਂ ਭਾਵ ਉਹ ਕਾਫੀਆਂ ਗਜ਼ਲਾਂ ਨਹੀਂ ਸੀ ਸਮਝ ਆਉਂਦੀਆਂ ਸਾਡੇ ਯਾਰਾਂ ਦੋਸਤਾਂ ਨੂੰ ਜਾਂ ਪਿੰਡ ਵਾਲਿਆਂ ਨੂੰ। ਫਿਰ ਉਸ ਤੋਂ ਬਾਅਦ ਇੱਕ ਵਾਰੀ ਦੀ ਗੱਲ ਹੈ ਕਿ ਪ੍ਰੋਗਰਾਮ ਚੱਲਦਾ ਹੁੰਦਾ ਸੀ ਕੱਚ ਦੀਆਂ ਮੁੰਦਰਾਂ। ਕੱਚ ਦੀਆਂ ਮੁੰਦਰਾਂ ਨੂੰ ਉਦੋਂ ਸਾਡੇ ਬਹੁਤ ਰਿਸਪੈਕਟਡ ਸਰਦਾਰ ਹਰਜੀਤ ਸਿੰਘ ਹੋਰੀ ਤੇ ਬਹੁਤ ਹੀ ਮਤਲਬ ਕ੍ਰੀਏਟਿਵ ਪਰਸਨ ਮੰਨੇ ਜਾਂਦੇ ਨੇ, ਉਹ ਕਰਦੇ ਹੁੰਦੇ ਸੀਗੇ ਕੱਚ ਦੀਆਂ ਮੁੰਦਰਾਂ। ਉਹਨਾਂ ਨੇ ਸਾਨੂੰ ਕਾਫੀਆਂ ਵਾਸਤੇ ਉੱਥੇ ਬੁਲਾਇਆ ਹੋਇਆ ਸੀਗਾ। ਜਦੋਂ ਅਸੀਂ ਉੱਥੇ ਰਿਹਰਸਲ ਦੇਣ ਲੱਗੇ ਤਾਂ ਹਰਜੀਤ ਭਾਜੀ ਕਹਿੰਦੇ ਵੀ ਸਰਦੂਲ ਯਾਰ, ਤੁਹਾਡੇ ਵੱਲ ਨਾ ਇੱਕ ਮੁੰਡਾ ਤੁਹਾਡੇ ਇਲਾਕੇ ਖੰਨੇ ਵੱਲ ਦਾ, ਉਹ ਕਈ ਆਵਾਜ਼ਾਂ ਦੇ ਵਿੱਚ ਗਾਉਂਦਾ ਹੈ, ਉਹਦੀ ਕੈਸਟ ਆਈ ਹੈ ਰੋਡਵੇਜ਼ ਦੀ ਲਾਰੀ,
ਅਸੀਂ ਸ਼ੂਟਿੰਗ ਕਰ ਰਹੇ ਸੀ ਇੱਕ ਨਾਟਕ ਦੀ, ਤਾਂ ਅਸੀਂ ਜਦੋਂ ਕਹਿੰਦੇ ਉਹ ਟਾਇਰਡ ਹੁੰਦੇ ਸੀ, ਬਹੁਤ ਜ਼ਿਆਦਾ ਥੱਕ ਜਾਂਦੇ ਸੀ, ਉਹ ਅਸੀਂ ਗਾਣਾ ਸੁਣਦੇ ਸੀ ਵੀ ਉਹ ਤੁਹਾਡੇ ਪਿੰਡ ਵੱਲ ਦਾ ਮੁੰਡਾ ਹੈ, ਵੀ ਤੁਸੀਂ ਉਹਨੂੰ ਜੇ ਹੋ ਸਕੇ ਤਾਂ ਜ਼ਰੂਰ ਬੁਲਾ ਦਿਓ ਇੱਕ ਵਾਰੀ। ਮੈਂ ਅਰਜੀਤ ਭਾਈ ਨੂੰ ਕਿਹਾ, ਮੈਂ ਕਿਹਾ ਭਾਜੀ ਉਹ ਤਾਂ ਮੈਂ ਹੀ ਹਾਂ। ਉਹ ਕਹਿੰਦੇ ਠੀਕ ਹੈ ਤੂੰ ਹੀ ਆ, ਮੈਨੂੰ ਪਤਾ ਤੂੰ ਤੇਰਾ ਸੁਭਾਅ ਨਹੀਂ ਚੇਂਜ ਹੋ ਸਕਦਾ, ਤੂੰ ਮਜ਼ਾਕ ਹੀ ਰਹਿਣਾ ਹਮੇਸ਼ਾ। ਮੈਂ ਕਿਹਾ ਨਹੀਂ ਭਾਜੀ ਮਜ਼ਾਕ ਨਹੀਂ, ਮੈਂ ਹੀ ਹਾਂ। ਉਹ ਕਹਿੰਦਾ ਨਹੀਂ ਯਾਰ ਪਲੀਜ਼ ਕਦੇ ਕਹਿੰਦਾ ਸੀਰੀਅਸ ਹੋ ਜਾਇਆ ਕਰੋ, ਸਗੋਂ ਕਦੇ ਸੀਰੀਅਸ ਹੋ ਜਾਇਆ ਕਰੋ ਪਲੀਜ਼। ਉਹ ਮੰਨੇ ਨਹੀਂ। ਮੈਂ ਕਿਹਾ ਭਾਜੀ ਨਹੀਂ ਹੈ। ਫਿਰ ਚੰਗਾ ਜੇ ਤੂੰ ਹੀ ਹੈ ਨਾ ਫਿਰ ਗਾ ਕੇ ਦਿਖਾ। ਚਲੋ ਮੂਵੀ ਰੋਡਵੇਜ਼ ਦੀ ਲਾਰੀ ਗਾਈ। ਉਹਨਾਂ ਨੇ ਜਿੰਨੇ ਪ੍ਰੋਡਿਊਸਰ ਡਾਇਰੈਕਟਰ ਆਪਣੇ ਸੀਗੇ ਦੂਰਦਰਸ਼ਨ ਦੇ ਸਾਰੇ ਉਹਨਾਂ ਨੂੰ ਕਾਲ ਕੀਤਾ, ਬੁਲਾ ਲਿਆ ਉਹਨਾਂ ਨੂੰ ਕਿ ਆਓ ਤੁਹਾਨੂੰ ਇੱਕ ਆਤਮਾ ਅਜੂਬਾ ਸੁਣਾਈਏ। ਤਾਂ ਮੈਂ ਰੋਡਵੇਜ਼ ਦੀ ਜਦੋਂ ਲਾਰੀ ਸੁਣਾਈ ਉਹਨਾਂ ਨੂੰ, ਉਹਨਾਂ ਨੇ ਕਿਹਾ ਵੀ ਅੱਜ ਹੀ ਰਿਕਾਰਡ ਕਰ ਲੂੰਗਾ। ਮੈਂ ਕਿਹਾ ਜੀ ਮੇਰੇ ਕੋਲ ਯੂਨੀਫਾਰਮ ਹੈ ਨਹੀਂ ਕਿ ਮੈਂ ਡਿਫਰੈਂਟ ਕਲਾਕਾਰਾਂ ਦੇ ਆਵਾਜ਼ਾਂ 'ਚ ਮੈਂ ਯੂਨੀਫਾਰਮ ਵੀ ਉਹਨਾਂ ਦੀ ਪਾਉਣਾ ਹੁੰਦਾ। ਕਹਿੰਦੇ ਕੋਈ ਨਹੀਂ ਆਪਾਂ ਪ੍ਰਾਪਰਟੀ ਦੇ ਵਿੱਚੋਂ ਲੈ ਲੈਂਦੇ ਹਾਂ ਇੱਥੋਂ ਹੀ। ਉਹਨਾਂ ਨੇ ਜੀ ਮੈਨੂੰ ਜਿਹੜੇ ਨਾਟਕਾਂ ਦੇ ਵਿੱਚ ਕੈਦੀਆਂ ਨੂੰ ਕਮੀਜ਼ ਪਵਾਈ ਦੇ ਹੁੰਦੇ ਸੀ, ਉਹ ਕਮੀਜ਼ ਮੈਨੂੰ ਦਿਲਾਇਆ ਤੇ ਇੱਕ ਧੋਤੀ ਕਿਸੇ ਦੀ ਲੁਹਾ ਕੇ ਮੇਰੇ ਲੁੰਗੀ ਲਗਵਾਈ। ਉਹ ਮੈਂ ਰੋਡਵੇਜ਼ ਦੀ ਜਦੋਂ ਉਹ ਸਦੀਕ ਸਾਹਿਬ ਦਾ ਤੇ ਲਾਲ ਚੰਦ ਜਮਲਾ ਜੀ ਦੀ ਪੱਗ ਬੰਨ੍ਹੀ, ਮੈਂ ਫਰਲਾ ਕਿ ਉਹਨੂੰ ਮਾਇਆ ਨਹੀਂ ਸੀ ਲੱਗਿਆ ਹੋਇਆ ਫਰਲੇ ਨੂੰ, ਪੱਗ ਨੂੰ, ਤੇ ਇਸ ਕਰਕੇ ਝਾੜੂ ਦੀਆਂ ਤੀਲਾਂ ਉਹਦੇ ਵਿੱਚ ਫਸਾ ਕੇ, ਡੱਕੇ ਫਸਾ ਕੇ ਉਹਦੇ ਵਿੱਚ ਫਰਲਾ ਕਢਾਇਆ ਉਹਦਾ। ਤੇ ਯਾਨੀ ਕਿ ਉਸੇ ਦਿਨ ਉਹ ਟੈਲੀਕਾਸਟ ਹੋਣਾ ਸੀਗਾ। ਉਹ ਪ੍ਰੋਗਰਾਮ ਉਹਨਾਂ ਦਿਨਾਂ 'ਚ ਬਹੁਤ ਪਾਪੂਲਰ ਸੀਗਾ। ਉਹਦੇ ਵਿੱਚ ਬੰਦੇ ਕਿਸੇ ਵੀ ਆਰਟਿਸਟ ਨੂੰ 5 ਮਿੰਟ ਮਿਲ ਜਾਂਦੇ ਸੀ ਤਾਂ ਉਹ ਸਟਾਰ ਹੋ ਜਾਂਦਾ ਸੀ। ਪਰ ਰੋਡਵੇਜ਼ ਦੀ ਲਾਰੀ ਤਾਂ 13-14 ਮਿੰਟਾਂ ਦੀ ਸੀ। ਤਾਂ ਮੈਂ ਜਦੋਂ ਸੁਣੀ ਤਾਂ ਮੈਂ ਰੋਪੜ ਗਿਆ ਹੋਇਆ ਸੀ ਬੱਸ ਬੈਠ ਕੇ ਉਸ ਦਿਨ 'ਚ, ਤੇ ਮੈਂ ਬਹੁਤ ਮੈਨੂੰ ਕਿਉਰਿਓਸਿਟੀ ਸੀ, ਬਹੁਤ ਮੈਨੂੰ ਏਦਾਂ ਸੀ ਵੀ ਮੈਂ ਕਦੋਂ ਆਪਣੇ ਆਪ ਨੂੰ ਟੀਵੀ ਤੇ ਸੋਲੋ ਰੂਪ ਦੇ ਵਿੱਚ ਦੇਖਾਂ ਵੀ ਮੈਂ ਕਿੱਦਾਂ ਲੱਗ ਰਿਹਾ। ਤਾਂ ਮੈਂ ਜਦੋਂ ਨੂਰੀ ਹੋਰਾਂ ਦੇ ਘਰ ਪਹੁੰਚਿਆ ਮੈਂ ਦੇਖਣ ਲਈ ਉਹ ਸਾਰਾ, ਤਾਂ ਉਹ ਤਕਰੀਬਨ ਪੌਣੇ ਘੰਟੇ ਦਾ ਪ੍ਰੋਗਰਾਮ ਹੁੰਦਾ ਸੀਗਾ। 8 ਵਜ ਕੇ ਕੋਈ 20-25 ਮਿੰਟ ਤੇ ਸ਼ੁਰੂ ਹੋਇਆ ਪ੍ਰੋਗਰਾਮ ਤੇ 8 ਵਜ ਕੇ 32 ਮਿੰਟ ਤੇ ਮੇਰੀ ਉਹ ਆਈਟਮ ਖਤਮ ਹੋਈ। 10-12 ਮਿੰਟ ਦੀ ਸੀਗੀ। ਤਾਂ 8 ਵਜ ਕੇ 20 ਮਿੰਟ ਤੇ ਮੈਨੂੰ ਬਹੁਤ ਘੱਟ ਲੋਕ ਜਾਣਦੇ ਸੀ। 8 ਵਜ ਕੇ 40 ਮਿੰਟ ਤੇ ਮੈਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮਤਲਬ ਮੈਨੂੰ ਲੋਕ ਜਾਣਨ ਲੱਗ ਪਏ ਸੀ। ਉਹਨਾਂ ਨੇ ਮੈਨੂੰ ਖਿੜੇ ਮੱਥੇ ਆਪਣੀ ਰੂਹ ਦੇ ਵਿੱਚ ਮੈਨੂੰ ਜਗ੍ਹਾ ਦਿੱਤੀ ਸੀ। सफर पे आगी रोडवेज दी लारी ना खुशी शना कोई बारी, आगी रोडवेज दी लारी ना खुशी शना कोई बारी। जिकने रूट दी तारी केड़े रस्ते बैनिया, लम्बे सफर ते जाना है के ढोकल रहिया, लम्बे सफर ते जाना है के ढोकल रहिया। ਇਹਨਾਂ ਦੇ ਸਟਰਗਲ ਦੇ ਦਿਨ ਮੇਰੇ ਕੁਝ ਲੰਘੇ। ਮੈਂ ਅੱਜ ਵੀ ਰੋਡਵੇਜ਼ ਦੀ ਲਾਰੀ ਜਦੋਂ ਤੱਕ ਮੈਂ ਤੁਹਾਡੇ ਕੋਲ ਆਉਣਾ, ਕੈਨੇਡਾ, ਅਮਰੀਕਾ ਜਾਂ ਜਰਮਨੀ, ਇੰਗਲੈਂਡ, ਆਸਟ੍ਰੇਲੀਆ ਵਗੈਰਾ, ਪ੍ਰੋਗਰਾਮ ਕੋਈ ਵੀ ਇਨਕੰਪਲੀਟ ਰਹਿੰਦਾ ਜਦ ਤੱਕ ਮੈਂ ਤੁਹਾਨੂੰ ਰੋਡਵੇਜ਼ ਦੀ ਲਾਰੀ ਨਹੀਂ ਸੁਣਾ ਦਿੰਦਾ। ਮੈਨੂੰ ਆਪਣੇ ਆਪ ਨੂੰ ਵੀ ਸੰਤੁਸ਼ਟੀ ਨਹੀਂ ਹੁੰਦੀ ਜਦ ਤੱਕ ਮੈਂ ਰੋਡਵੇਜ਼ ਦੀ ਲਾਰੀ ਨਹੀਂ ਸੁਣਾ ਦਿੰਦਾ। रोज दी लारी ना कोई शीशत ना कोई बारे, एदी केड़े रूट दी तारी केड़े रस्ते बनी, लम्मे सफर ते जाना के लोग रही रोड दी लारी ना कोई शीशा, ना कोई शीशा ना कोई बारी, एदी केड़े ले आलमा, एदी केड़े रूट दी तारी मैं केड़े रस्ते पैनिया, लम्बे सफर पे जाना ये कलो कलरिया, लम्बे सफर पे। ਸੋ ਮੈਂ ਇਦਾਂ ਦੇ ਕੁਝ ਦਿਨ ਗੁਜ਼ਰੇ ਨੇ। ਇੱਕ ਦੋ ਹੋਰ ਮੈਂ ਤੁਹਾਨੂੰ ਨਾਲ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜ਼ਿੰਦਗੀ ਚਾਹੀਦੀ ਹੈ ਮੈਨੂੰ। ਜਿੰਨੇ ਸਾਲ ਦੇ ਵਿੱਚ ਮੈਂ ਸਟਰਗਲ ਕੀਤੀ ਉਹਨੇ ਸਾਲ ਮੈਨੂੰ ਐਕਸਪਲੇਨ ਕਰਨ ਲਈ ਵੀ ਚਾਹੀਦੇ ਆ।
ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਆਰਟਿਸਟ ਬਣਨਾ ਚਾਹੁੰਦੀ ਹੈ ਉਹਨੂੰ ਪਤਾ ਲੱਗ ਸਕੇ ਕਿ ਜਿਹੜੀਆਂ ਅੱਜ ਅਸੀਂ ਕਲਾਕਾਰਾਂ ਕੋਲ ਮਰਸੀਡੀਜ਼ ਕਾਰਾਂ ਦੇਖਦੇ ਹਾਂ ਜਾਂ ਕੋਈ ਵੀ ਮਹਿੰਗੀ ਕਾਰਾਂ ਮਾਡਲ ਦੀਆਂ ਦੇਖਦੇ ਹਾਂ, ਪੈਸਾ ਧੇਲਾ ਦੇਖਦੇ ਹਾਂ, ਉਹਨਾਂ ਦੇ ਆਲੇ ਦੁਆਲੇ ਚਾਰ ਚੁਫੇਰੇ ਫੈਨਸ ਉਹਨਾਂ ਦੇ ਤੁਰੇ ਫਿਰਦੇ ਆ, ਆਟੋਗ੍ਰਾਫ ਲੈਂਦੇ ਆ, ਫੋਟੋਆਂ ਖਿਚਾਉਂਦੇ ਆ। ਉਹ ਇੱਕੋ ਰਾਤ ਦਾ ਸਿਲਾ ਨਹੀਂ ਹੁੰਦਾ, ਉਹ ਇੱਕ ਰਾਤ ਦੀ ਗੱਲ ਨਹੀਂ ਹੁੰਦੀ, ਉਹਨੂੰ ਉਮਰ ਲੱਗਦੀ ਹੈ, ਉਹਨੂੰ ਇੱਕ ਟਾਈਮ ਲੱਗਦਾ ਹੈ ਇੱਥੇ ਤੱਕ ਪਹੁੰਚਣ ਲਈ। ਇਸ ਕਰਕੇ ਕੋਈ ਬੰਦਾ ਚਾਹੁੰਦਾ ਕਿ ਮੈਂ ਰਾਤੋਂ ਰਾਤ ਸਟਾਰ ਬਣ ਜਾਵਾਂ ਤਾਂ ਕੁਛ ਨਾ ਕੁਛ ਉਹ ਗਲਤ ਕਰਦਾ ਹੈ। ਉਹ ਐਸਾ ਗਲਤ ਕਰਦਾ ਹੈ ਜਿਹਦੇ ਨਾਲ ਸੱਭਿਆਚਾਰ ਨੂੰ, ਪਰਿਵਾਰ ਨੂੰ, ਸਾਡੇ ਦੇਸ਼ ਪਰਿਵਾਰ ਨੂੰ ਠੋਸ ਪਹੁੰਚਦੀ ਹੈ, ਠੇਸ ਪਹੁੰਚਦੀ ਹੈ। ਸੋ ਇਸ ਕਰਕੇ ਐਸਾ ਕੁਛ ਨਾ ਕਰੋ ਜਿਹਦੇ ਨਾਲ ਵੀ ਤੁਹਾਨੂੰ ਕੁਛ ਕਰਕੇ ਅੱਗੇ ਆਉਣਾ ਪਵੇ, ਗਲਤ ਕਰਕੇ ਅੱਗੇ ਆਉਣਾ ਪਵੇ। ਦੇਰ ਆਏ ਦਰੁਸਤ ਆਏ। ਸੋ ਦੇਰ ਨਾਲ ਆਓ ਪਰ ਦਰੁਸਤ ਆਓ। ਇਹੀ ਮੇਰੀ ਕਲਾਕਾਰ ਭਰਾਵਾਂ ਭੈਣਾਂ ਨੂੰ ਗੁਜ਼ਾਰਿਸ਼ ਹੈ ਕਿ ਭਾਵੇਂ ਲੇਟ ਆਓ ਪਰ ਐਸਾ ਆਓ ਲੋਕ ਤੁਹਾਨੂੰ ਸਾਲਾਂ ਬੱਧੀ ਨਹੀਂ ਸਦੀਆਂ ਬੱਧੀ ਤੁਹਾਨੂੰ ਯਾਦ ਕਰ। ਲੋਕੋ ਸੂਰਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ, ਲੋਕੋ ਸੂਰਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ, ਲੋਕੋ ਸੂਰਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ। ਮੈਂ ਦੇਸ਼ ਪ੍ਰਦੇਸ਼ ਪ੍ਰੋਗਰਾਮ ਰਾਹੀਂ ਜਿੰਨੇ ਵੀ ਸਾਡੇ ਸਰੋਤੇ, ਸਾਡੇ ਦਰਸ਼ਕ ਇਸ ਟਾਈਮ ਪ੍ਰੋਗਰਾਮ ਨੂੰ ਦੇਖ ਰਹੇ ਨੇ, ਪ੍ਰੋਗਰਾਮ ਨੂੰ ਆਨੰਦ ਮਾਣ ਰਹੇ ਨੇ, ਮੈਂ ਦੇਸ਼ ਪ੍ਰਦੇਸ਼ ਪ੍ਰੋਗਰਾਮ ਵਾਲਿਆਂ ਦਾ ਤੇ ਤੁਹਾਡਾ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਲੋਕਾਂ ਨੇ ਮੇਰੇ ਲਈ ਢੇਰ ਸਾਰੀਆਂ ਦੁਆਵਾਂ ਕੀਤੀਆਂ, ਜਿਹਦੀ ਬਦੌਲਤ ਮੈਂ ਤੁਹਾਡੇ ਰੂਪ ਨਹੀਂ ਹਾਂ। ਸਿਆਣੇ ਕਹਿੰਦੇ ਆ ਕਿ ਲੋਕ ਗੀਤ ਕਦੇ ਪੁਰਾਣੇ ਨਹੀਂ ਹੁੰਦੇ, ਨਾ ਕਦੇ ਪੁਰਾਣੇ ਹੋਏ ਆ ਤੇ ਨਾ ਕਦੇ ਹੋਣਗੇ। ਇਹ ਗੱਲ ਤੇ ਹਰ ਕੋਈ ਜਾਣਦਾ ਏ ਕਿ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਉਹ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ। ਇੱਕ ਦਿਨ ਅਸਾਂ ਪਰਦੇਸੀਆਂ ਨੇ ਟੁਰ ਜਾਣਾ, ਹਾਏ ਗੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਤੁਸੀਂ ਮੈਨੂੰ ਕਿੰਨੀ ਮੁਹੱਬਤ ਕਰਦੇ ਹੋ, ਕਿੰਨਾ ਪਿਆਰ ਤੁਸੀਂ ਮੈਨੂੰ ਕਰਦੇ ਹੋ, ਕਿਹੜੇ ਦਿਲ ਦੀਆਂ ਤਹਿਾਂ ਦੇ ਵਿੱਚ ਤੁਸੀਂ ਮੈਨੂੰ ਬਿਠਾਇਆ ਹੋਇਆ ਹੈ। ਮੈਨੂੰ ਕੀ ਸਾਰੇ ਕਲਾਕਾਰਾਂ ਨੂੰ ਜਿਹਨੂੰ ਵੀ ਤੁਸੀਂ ਮੁਹੱਬਤ ਕਰਦੇ ਹੋ, ਕੋਈ ਕਲਾਕਾਰ, ਕੋਈ ਰਾਈਟਰ ਤੁਹਾਡੀ ਇਸ ਸ਼ੁਕਰਗੁਜ਼ਾਰੀ ਤੋਂ ਵਾਂਝਾ ਨਹੀਂ ਰਹਿ ਸਕਦਾ। ਸੋ ਮੈਂ ਵੀ ਸ਼ੁਕਰਗੁਜ਼ਾਰ ਹਾਂ। ਹਮੇਸ਼ਾ ਦੇਸ਼ ਪ੍ਰਦੇਸ਼ ਤੁਹਾਡਾ ਆਪਣਾ ਪ੍ਰੋਗਰਾਮ ਹੈ, ਇਹਨੂੰ ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਉਹ ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਬਾਂਕੀਏ ਨਾਰੇ ਨੀ, ਕੌਣ ਸਹੂ ਤੇਰੀ ਪੀੜ ਬਾਂਕੀਏ ਨਾਰੇ। ਦਿਲ ਕਰੇ ਬਸ ਇਹ ਪ੍ਰੋਗਰਾਮ ਖਤਮ ਨਾ ਹੋਵੇ, ਕਿ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਦਾ ਰਵਾਂ। ਬਸ ਜ਼ਿਆਦਾ ਗੱਲਾਂ ਮਨ ਇਸ ਕਰਕੇ ਕਰਦਾ ਕਿਉਂਕਿ ਬਹੁਤ ਘੱਟ ਮੌਕਾ ਮਿਲਦਾ ਹੈ ਤੁਹਾਡੇ ਨਾਲ ਗੱਲਾਂ ਕਰਨ ਦਾ, ਤੁਹਾਡੇ ਨਾਲ ਮਿਲਣ ਦਾ। ਗਾਣੇ ਤਾਂ ਸੁਣਾਉਂਦੇ ਰਹੀਦਾ। ਜਿੱਦਾਂ ਮੈਂ ਫਿਰ ਇੱਕ ਵਾਰੀ ਸਾਰੇ ਮੀਡੀਆ ਦਾ, ਜਿਨ੍ਹਾਂ ਨੇ ਮੇਰੀ ਇੱਕ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹੇ, ਮੇਰੀ ਇੱਕ ਇੱਕ ਐਕਟੀਵਿਟੀ ਤੁਹਾਡੇ ਤੱਕ ਪਹੁੰਚਾਉਂਦੇ ਰਹੇ, ਮੇਰਾ ਦੁੱਖ ਸੁੱਖ ਤੁਹਾਡੇ ਤੱਕ ਪਹੁੰਚਾਉਂਦੇ ਰਹੇ, ਤੁਹਾਡੀਆਂ ਕੀਤੀਆਂ ਦੁਆਵਾਂ ਮੇਰੇ ਤੱਕ ਪਹੁੰਚਾਉਂਦੇ ਰਹੇ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਦਾ, ਖਾਸ ਕਰਕੇ ਦੇਸ਼ ਪ੍ਰਦੇਸ਼ ਦੇ ਸਾਰੇ ਤਮਾਮ ਵਰਕਰਸ ਦਾ, ਤਮਾਮ ਉਹਨਾਂ ਦੇ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਚਲਾ ਰਹੇ ਨੇ। ਤੇ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ। ਨੂਰੀ, ਅਮਰ ਨੂਰੀ ਵੱਲੋਂ, ਮੈਂ ਆਪਣੇ ਬੱਚਿਆਂ ਵੱਲੋਂ, ਮੈਂ ਆਪਣੇ ਪਰਿਵਾਰ ਵੱਲੋਂ, ਤੁਹਾਡੇ ਪਰਿਵਾਰਾਂ ਦਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਮੀਡੀਆ ਦਾ ਵੀ, ਆਪਣੇ ਸਰੋਤਿਆਂ ਦਰਸ਼ਕਾਂ ਦਾ ਵੀ। ਪ੍ਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ, ਤੁਸੀਂ ਹਮੇਸ਼ਾ ਲੰਮੀਆਂ ਉਮਰਾਂ ਭੋਗੋ ਤੇ ਰੋਜ਼ੀ ਰੋਟੀ ਲਈ ਜਿੱਥੇ ਮਰਜ਼ੀ ਰਹੋ।
ਤੁਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਰਹੋ। ਆਪਣੀ ਮਾਖਿਓ ਮਿੱਠੀ ਸ਼ਹਿਦ ਨਾਲੋਂ ਮਿੱਠੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਰਹੋ। ਇਹੀ ਦੁਆ ਹੈ। ਆਪਣੀ ਲੈਂਗੁਏਜ ਨਾਲੋਂ ਟੁੱਟ ਜਾਣਾ, ਆਪਣੇ ਵਿਰਸੇ ਨਾਲੋਂ ਟੁੱਟ ਜਾਣਾ ਤਾਂ ਬਦਦੁਆ ਹੁੰਦੀ ਹੈ। ਤੁਸੀਂ ਜਿੱਥੇ ਮਰਜ਼ੀ ਰਹੋ ਪਰ ਆਪਣੇ ਵਿਰਸੇ ਨਾਲ ਰਿਲੇਟਡ ਰਹੋ, ਵਿਰਸੇ ਨਾਲ ਇਨ ਟੱਚ ਰਹੋ। ਤੇ ਤੁਸੀਂ ਆਪਣੇ ਬੱਚਿਆਂ ਨੂੰ ਔਖੇ ਸੌਖੇ ਹੋ ਕੇ ਇੰਡੀਆ ਜ਼ਰੂਰ ਦਿਖਾਇਆ ਕਰੋ, ਜ਼ਰੂਰ ਇਹਨਾਂ ਨੂੰ ਉੱਥੇ ਲੈ ਕੇ ਜਾਇਆ ਕਰੋ। ਉੱਥੇ ਦਰਬਾਰ ਸਾਹਿਬ, ਗੁਰਦੁਆਰਾ ਸਾਹਿਬ, ਆਪਣੇ ਪਿੰਡ ਦੀ ਨੁਹਾਰ, ਪਿੰਡ ਦੇ ਖੇਤ, ਕੁੱਪ ਤੂੜੀ ਦੇ ਤੇ ਬੋੜ ਸੱਥਾਂ ਜੋ ਖਤਮ ਹੁੰਦੀਆਂ ਜਾ ਰਹੀਆਂ ਹੌਲੀ ਹੌਲੀ, ਇਹਨਾਂ ਨੂੰ ਜ਼ਰੂਰ ਵਿਖਾਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਅਸੀਂ ਕੌਣ ਆ, ਸਾਡਾ ਵਿਰਸਾ ਕੀ ਹੈ। ਮੈਂ ਫਿਰ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਲਈ ਦੁਆ ਕੀਤੀ। ਮੈਂ ਉਹਨਾਂ ਲਈ ਦੁਆ ਗੋ ਹਾਂ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਤੁਹਾਡੇ ਵੱਲੋਂ ਹਮੇਸ਼ਾ ਠੰਡੀਆਂ ਹਵਾਵਾਂ ਆਉਣ ਤੇ ਤੁਹਾਡੇ ਵੱਲੋਂ ਕਦੇ ਗਰਮ ਹਵਾ ਨਾ ਆਵੇ। ਦੁੱਖਾਂ ਦੇ ਗਮਾਂ ਦੇ ਪਰਛਾਵੇਂ ਤੁਹਾਡੇ ਕੋਲੋਂ ਸਾਇਆਂ ਕੋਹਾਂ ਦੂਰ ਰਹਿਣ। ਤੁਸੀਂ ਆਰਟਿਸਟਾਂ ਨੂੰ, ਕਲਾਕਾਰਾਂ ਨੂੰ ਬੜੀ ਮੁਹੱਬਤ ਕਰਦੇ ਹੋ। ਇਸ ਮੁਹੱਬਤ ਦਾ ਕਰਜ਼ਾ ਤੁਸੀਂ ਉਤਾਰ ਨਹੀਂ ਸਕਦੇ। ਫਿਰ ਸਾਰਿਆਂ ਨੂੰ ਢੇਰ ਸਾਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਕਬੂਲ ਹੋਵੇ। ਕੌਮਾਂ ਮਰਦੀਆਂ ਨਹੀਂ ਜੋ ਮਰਦੀਆਂ ਨੇ, ਕੌਮਾਂ ਮਰਦੀਆਂ ਨੇ ਜੋ ਮਰਨੋਂ ਡਰਦੀਆਂ। ਸੋ ਦੋਸਤੋ, ਸਰਦੂਲ ਸਿਕੰਦਰ ਪੰਜਾਬ ਦੇ ਅਨਮੋਲ ਹੀਰੇ ਕਲਾਕਾਰਾਂ ਦੇ ਵਿੱਚੋਂ ਸੁਰਾਂ ਦਾ ਸਿਕੰਦਰ ਸੀ ਜੋ ਭੈੜੇ ਕਰੋਨਾ ਦੀ ਭੇਂਟ ਚੜ੍ਹ ਗਿਆ, ਜਿਨ੍ਹਾਂ ਦੇ ਤੁਰ ਜਾਣ ਦੇ ਨਾਲ ਉਹਨਾਂ ਦੇ ਪਰਿਵਾਰ, ਅਮਰ ਨੂਰੀ ਜੀ ਨੂੰ, ਉਹਨਾਂ ਦੇ ਬੇਟੇ ਅਲਾਪ ਅਤੇ ਸਾਰੰਗ ਨੂੰ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਦੁਖਾਂਤ ਹੈ, ਕਈ ਹੀਰਿਆਂ ਦੇ ਖੁੱਸ ਜਾਣ ਤੋਂ ਬਾਅਦ ਉਹਨਾਂ ਦੀ ਅਸਲ ਕੀਮਤ ਦਾ ਅਹਿਸਾਸ ਹੁੰਦਾ ਹੈ। ਐਸਾ ਹੀ ਦੀਪ ਸਿੱਧੂ ਬਾਰੇ ਲੋਕ ਮਹਿਸੂਸ ਕਰ ਰਹੇ ਹਨ। ਉਹਨਾਂ ਬਾਰੇ ਕਿੰਤੂ ਪ੍ਰੰਤੂ ਵੀ ਹੁੰਦੇ ਰਹੇ, ਪਰ ਅੱਜ ਜਾਪਦਾ ਹੈ ਉਸਦੇ ਤੁਰ ਜਾਣ 'ਤੇ ਦੁਨੀਆ ਭਰ ਦੇ ਵਿੱਚ ਸੋਗ ਦੀ ਲਹਿਰ ਹੈ। ਲੋਕਾਂ ਨੂੰ ਇਸ ਬੇਵਕਤਾ ਜਿਹੜੀ ਮੌਤ ਹੈ ਉਸਨੇ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਦੀਪ ਸਿੱਧੂ ਦੇ ਨਿਮਿਤ ਪਾਠ ਦੇ ਭੋਗ ਸਮੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਸੰਗਤਾਂ ਦੇ ਰੂਪ ਦੇ ਵਿੱਚ ਲੱਖਾਂ ਪੰਜਾਬੀਆਂ ਦਾ ਹੜ ਰੋਹ ਅਤੇ ਜੋਸ਼ ਦੇ ਨਾਲ ਭਰਿਆ ਹੋਇਆ ਸੀ, ਜਿਸ ਨੂੰ ਵੇਖ ਕੇ ਹਰ ਪਾਸੇ ਚਰਚਾ ਛਿੜੀ ਹੈ। ਸਰਕਾਰਾਂ ਸੋਚਾਂ ਦੇ ਵਿੱਚ ਪੈ ਗਈਆਂ ਹਨ, ਲੋਕ ਆਪਣੇ ਹੱਕਾਂ ਲਈ ਹੋਰ ਜਾਗਰੂਕ ਹੋ ਗਏ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਚੋਣ ਰੈਲੀ ਦੇ ਵਿੱਚ ਦੀਪ ਸਿੱਧੂ ਹੁਣਾਂ ਦੀ ਤਕਰੀਰ ਪੰਜਾਬੀਆਂ ਨੂੰ ਵੱਡਾ ਹਲੂਣਾ ਦੇ ਕੇ ਗਈ ਹੈ, ਜੋ ਹਰ ਇੱਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਆਓ ਪ੍ਰੋਗਰਾਮ ਦਾ ਆਖਰੀ ਹਿੱਸਾ ਦੀਪ ਸਿੱਧੂ ਦੀਆਂ ਇਹਨਾਂ ਯਾਦਾਂ ਤੇ ਹੀ ਆਧਾਰਿਤ ਪੇਸ਼ ਕਰਦੇ ਹਾਂ। ਜਦੋਂ ਗੱਲ ਸਾਡੀਆਂ ਨਸਲਾਂ ਦੀ ਹੋਊਗੀ, ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਦੀ ਪਛਾਣ ਤੋਂ ਦੂਰ ਹੋਏ ਫਿਰਦੇ ਆਂ। ਉਹ ਵੱਖਰੀ ਗੱਲ ਆ ਅਸੀਂ ਆਪਦੇ ਅਮਲਾਂ ਤੋਂ ਦੂਰ ਹੋਏ ਫਿਰਦੇ ਆਂ ਜਿਨ੍ਹਾਂ ਤੇ ਸਾਡੇ ਗੁਰੂ ਨੇ ਸਾਨੂੰ ਲਾਇਆ ਸੀ। ਉਹ ਵੱਖਰੀ ਗੱਲ ਆ ਅਸੀਂ ਉਹਨਾਂ ਸਿਧਾਂਤਾਂ ਤੋਂ ਦੂਰ ਹੋਏ ਫਿਰਦੇ ਆਂ ਜਿਨ੍ਹਾਂ ਨੇ ਸਾਨੂੰ ਰਾਜ ਬਖਸ਼ਿਆ ਸੀ। ਤੇ ਸਾਡੇ ਕੋਲ ਇੱਕ ਜਰਨੈਲ 4 ਦਹਾਕਿਆਂ ਤੋਂ ਜਿਹਨੇ ਉਹ ਕੋਈ ਸਮਝੌਤਾ ਨਹੀਂ ਕੀਤਾ, ਜਿਹਦੇ ਲਈ ਉਹਨੂੰ ਨੀਵੀਂ ਅੱਖ ਕਰਕੇ ਤੁਰਨਾ ਪਵੇ। ਕਦੇ ਕਿਸੇ ਕੁਰਸੀ ਲਈ ਸਮਝੌਤਾ ਨਹੀਂ ਕੀਤਾ, ਕਦੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ। ਨਹੀਂ ਤਾਂ ਚੋਣਾਂ 'ਚ ਤਾਂ ਇੱਕ ਗੱਲ ਬਣਾ ਦਿੱਤੀ ਜਾਂਦੀ ਆ ਨਾ ਵੀ ਯਾਰ ਪੋਲੀਟੀਕਲ ਲੋਕ ਆਪਸ 'ਚ ਸਮਝੌਤੇ ਕਰ ਲੈਂਦੇ ਆ, ਕੋਈ ਗੱਲ ਨਹੀਂ। ਪਰ ਅੱਜ ਤੱਕ ਸਿਧਾਂਤਾਂ ਤੋਂ, ਅਸੂਲਾਂ ਤੋਂ ਪਿੱਛੇ ਨਹੀਂ ਹਟਿਆ। ਅੱਜ ਤੱਕ ਸਾਡੀ ਪਛਾਣ ਤੇ ਵੀ ਪਹਿਰਾ ਦਿੰਦਾ, ਸਾਡੇ ਸਿਧਾਂਤਾਂ ਤੇ ਵੀ ਪਹਿਰਾ ਦਿੰਦਾ। ਪਰ ਜੇ ਕਿਤੇ ਪਿੱਠ ਦਿਖਾਈ ਆ ਤਾਂ ਕੌਮ ਨੇ ਵਿਖਾਈ ਆ, ਜਰਨੈਲ ਨੇ ਨਹੀਂ ਪਿੱਠ ਦਿਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕੌਮ ਦੇ ਲਈ ਜਿੰਨੇ ਵੀ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹੈ, ਸਰਦਾਰ ਦੀਪ ਸਿੰਘ ਸਿੱਧੂ ਦਾ ਪਰਿਵਾਰ ਤੇ ਸਾਰੀ ਕੌਮ ਦੇ ਲਈ ਅੱਜ ਬਹੁਤ ਵੱਡਾ ਸੋਗ ਦਾ ਦਿਹਾੜਾ ਹੈ। ਜਿਸ ਤਰ੍ਹਾਂ ਸੰਸਕਾਰ ਦੇ ਮੌਕੇ ਤੇ ਵੀ ਸਾਰੀਆਂ ਦਿਸ਼ਾਵਾਂ ਤੋਂ ਸੰਗਤ ਪਹੁੰਚੀ ਸੀ, ਉਸੇ ਤਰ੍ਹਾਂ ਹੀ ਅੱਜ ਭੋਗ ਮੌਕੇ ਵੀ ਸਾਰੀਆਂ ਦਿਸ਼ਾਵਾਂ ਤੋਂ ਸੰਗਤ ਇੱਥੇ ਪਹੁੰਚੀ ਹੈ। ਤੋ ਕੌਮ ਆਪਣੇ
ਹੀਰੇ ਨੂੰ ਸ਼ਰਧਾਂਜਲੀ ਦੇਣ ਲਈ, ਉਹਦੀ ਆਤਮਿਕ ਸ਼ਾਂਤੀ ਦੇ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ। ਉਹਦੇ ਵਿੱਚ ਸ਼ਾਮਲ ਹੋਣ ਲਈ ਕੌਮ ਪਹੁੰਚੀ ਹੈ। ਇਹ ਜੋ ਇੰਡੀਆ ਦਾ ਸਿਸਟਮ ਹੈ, ਇਹ ਸਿੱਖ ਕੌਮ ਨੂੰ ਕੋਈ ਲੀਡਰ ਨਹੀਂ ਦੇਣਾ ਚਾਹੁੰਦੇ। ਇਹ ਸੱਚਾ ਸੁੱਚਾ ਲੀਡਰ ਨਹੀਂ ਦੇਣਾ ਚਾਹੁੰਦੇ, ਸਾਨੂੰ ਦਬਾ ਕੇ ਰੱਖਣਾ ਚਾਹੁੰਦੇ ਆ। ਭਾਈ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਾਗ ਜੋ ਸਿੱਖੋ। ਜਿਹੜਾ ਸਿੱਧੂ ਮਰਾਤਾ ਵਿਚਾਰਾ, ਇਹ ਸੱਚ ਦੀ ਆਵਾਜ਼ ਨਵੇਂ ਮੁੰਡਿਆਂ ਨੂੰ ਜਗਾਉਂਦਾ ਤਾਂ ਪੁਰਾਣੇ ਦਾ ਪੰਥ ਕਰਕੇ ਬਾਦਲ ਵੋਟਾਂ ਪਾਈ ਜਾਂਦੇ ਤੇ ਜੀ। ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਵੀ ਇਦਾਂ ਦਾ ਕੋਈ ਸਿੱਖ ਕੌਮ ਦੇ ਵਿੱਚ ਹੀਰਾ ਬੰਦਾ ਜਿਹੜਾ ਪੈਦਾ ਹੁੰਦਾ, ਉਹਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਇਹ ਸਰਕਾਰਾਂ ਘੜਦੀਆਂ ਨੇ। ਬਾਗੀਆਂ ਤੇ ਹੀ ਪਾਬੰਦੀਆਂ ਲੱਗਦੀਆਂ ਤੇ ਮੁਖਬਰ ਕਦੇ ਬੈਨ ਨਹੀਂ ਹੁੰਦੇ। ਜਿਹੜੇ ਸਰਕਾਰ ਦੇ ਤਲਵੇ ਚੱਟਦੇ ਆ ਉਹ ਕਦੇ ਸੂਰਮਿਆਂ ਦੇ ਫੈਨ ਨਹੀਂ ਹੁੰਦੇ। ਫਤਿਹਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਤੇ ਮੌਜੂਦ ਹਾਂ। ਹੁਣੇ ਦੀਪ ਸਿੱਧੂ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ। ਭੋਗ ਤੇ ਅੰਤਮ ਅਰਦਾਸ ਤੋਂ ਬਾਅਦ ਸੰਗਤ ਦਾ ਠਾਠਾ ਮਾਰਦਾ ਇਕੱਠ ਅੰਦਰੋਂ ਬਾਹਰ ਨੂੰ ਆ ਰਿਹਾ। ਠੰਡੇ ਬੁਰਜ ਤੋਂ ਲੈ ਕੇ ਦੀਵਾਨ ਟੋਡਰਮਲ ਹਾਲ ਦਾ ਜਿਹੜਾ ਗੇਟ ਆ ਉੱਥੋਂ ਤੱਕ ਠਾਠਾ ਮਾਰਦਾ ਇਕੱਠ ਆ। ਤੇ ਜੇ ਇਧਰ ਮੇਨ ਟੋਡਰਮਲ ਦੀਵਾਨ ਦੀ ਹਾਲ ਦੀ ਗੱਲ ਕਰਾਂ ਤੇ ਇਹ ਵੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਤੇ ਬਾਹਰ ਵੀ ਜੇ ਗੱਲ ਕਰੀਏ ਤਾਂ ਇਹ ਇਕੱਲੇ ਸਿਰਾਂ ਦੀ ਭੀੜ ਨਹੀਂ, ਸਗੋਂ ਜਜ਼ਬਿਆਂ ਦਾ ਇਕੱਠ ਹੈ। ਇੱਕ ਤਾਂ ਇਕੱਠ ਵੀ ਮੇਰੇ ਸਾਹਮਣੇ 3-4 ਲੱਖ ਲੋਕ ਇਕੱਠਾ ਹੋਇਆ ਵਾ। ਐਵੇਂ ਨਹੀਂ ਹੋਇਆ, ਕਿਸੇ ਗੱਲੋਂ ਹੋਇਆ ਵਾ। ਇਹ ਪਰ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ, ਜਿਹੜਾ ਪੋਰਟਰੇਟ ਬਾਈ ਹੁਣਾਂ ਨੇ ਤਿਆਰ ਕਰਕੇ ਇੱਥੇ ਲਿਆਂਦਾ। ਸੰਤਾਂ ਨੂੰ ਤੇ ਦੀਪ ਸਿੱਧੂ ਹੁਣਾਂ ਨੂੰ ਇੱਕੋ ਪੋਰਟਰੇਟ ਦੇ ਵਿੱਚ ਇਹਨਾਂ ਨੇ ਇੱਥੇ ਬਿਆਨ ਕੀਤਾ ਹੈ। ਇਹ ਬਣਾਇਆ ਕਿਹਨੇ ਬਾਈ ਸਕੈਚ? ਇਹ ਬ੍ਰਦਰ ਨੇ ਬਣਾਇਆ ਐਕਚੁਅਲੀ। ਬਾਈ ਹੁਣੀ ਆਪ ਨਹੀਂ ਆਇਆ? ਨਹੀਂ, ਆਪ ਨੇ ਐਕਚੁਅਲੀ ਘਰੇ ਫੈਮਿਲੀ ਦਾਦਾ ਜੀ ਠੀਕ ਨਹੀਂ ਗਏ, ਉਹਦਾ ਕਰਕੇ ਘਰੇ ਰਹਿੰਦੇ। ਇਹ ਵੈਸੇ ਆਈਡੀਆ ਕਿਵੇਂ ਆਇਆ? ਤੁਸੀਂ ਕਿਹਾ ਸੀ ਜਾਂ ਬਾਈ ਨੇ ਖੁਦ? ਉਹਨਾਂ ਨੂੰ ਆਪ ਹੀ ਮਤਲਬ ਆਈਡੀਆ ਆਇਆ। ਉਹ ਇਦਾਂ ਦੇ ਆਈਡੀਆ ਉਹ ਮਤਲਬ ਕਿਸੇ ਲਈ ਨਹੀਂ ਕਰਦੇ, ਆਪਦੇ ਲਈ ਜੋ ਕਰਨਾ ਆਪਦੇ ਲਈ। ਮੈਂ ਕਹਿੰਦਾ ਮੇਰੇ ਲਈ ਵੀ ਨਹੀਂ ਕਰਨਾ, ਆਪਦੇ ਲਈ ਜੋ ਕਰਨਾ ਆਪਦੇ ਲਈ ਬਸ। ਚਰਚਾ ਚੱਲ ਰਹੀ ਹੈ ਕਿ ਐਕਸੀਡੈਂਟ ਨਹੀਂ ਹੈ, ਮਰਡਰ ਹੈ, ਪਰ ਪ੍ਰੂਵ ਕਿਵੇਂ ਹੋਊਗਾ? ਇਹ ਪ੍ਰੂਫ ਜੀ ਸਾਰਿਆਂ ਸਾਹਮਣੇ ਆ। ਤੇ ਐਕਚੁਅਲੀ ਇਹਦੇ 'ਚ ਕੀ ਆ, ਦੀਪ ਸਿੱਧੂ ਦੀ ਲਾਸਟ ਫੋਟੋ ਜਿਹਦੇ 'ਚ ਉਹਨੇ ਜੀਨ ਪਾਈ ਸੀਗੀ, ਗੱਡੀ 'ਚ ਕਰੀਮ ਪੈਂਟ ਹੋ ਗਈ ਆ। ਅੱਛਾ, ਕਹਿੰਦੇ ਸੀਗੇ ਵੀ ਕੁੜੀ ਨਾਲ, ਕੁੜੀ ਤਾਂ ਨਾਲ ਹੈ ਨਹੀਂ ਸੀਗੀ। ਟੋਲ ਪਲਾਜ਼ੇ ਤੇ ਵੀ ਉਹਨਾਂ ਨੇ ਕਿਹਾ ਵੀ ਕੁੜੀ ਦਾ ਨਾਲ ਹੈ ਨਹੀਂ। ਅੱਛਾ, ਇੱਕ ਦਾਰੂ ਦਾ ਨਾਮ ਦਿੱਤਾ ਸੀ। ਦੀਪ ਸਿੱਧੂ ਦਾ ਦਾਰੂ ਕੁਛ ਪੀਂਦਾ ਹੀ ਨਹੀਂ, ਕੁਛ ਨਹੀਂ ਕਰਦਾ, ਨਸ਼ਾ ਕੋਈ ਕਰਦਾ ਨਹੀਂ। ਇੱਕ ਪਾਸੇ ਫਤਿਹਨਾਮਾ ਰੱਖਿਆ, ਦੂਜੇ ਪਾਸੇ ਦਾਰੂ ਰੱਖੀ। ਏਡਾ ਮੂਰਖ ਬੰਦਾ ਨਹੀਂ ਹੈਗਾ। 100 ਬੱਚਿਆਂ ਜੋ ਆਪਾਂ ਕਹਿ ਲਈਏ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬੱਚੇ, 100 ਵਰਗਾ ਇੱਕ ਇਕੱਲਾ ਸੀਗਾ ਉਹ। ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ। ਗੁਰੂ ਸਾਹਿਬ ਨੇ ਇਹ ਜੇ ਬਚਨ ਕੀਤੇ ਸੀ, ਉਹ ਗੱਲ ਵੀ ਪੱਕੀ ਸੀ। ਇਹ ਤੋਂ ਪਹਿਲਾਂ ਸਿਚੁਏਸ਼ਨ ਬੜੀ ਨਾਰਮਲ ਸੀ, ਜ਼ਿੰਦਗੀ ਬੜੀ ਨਾਰਮਲ ਸੀ। ਆਪਾਂ ਆਪਦੇ ਕੰਮਾਂ 'ਚ ਆਪਦੀਆਂ ਰਿਸ਼ਤੇਦਾਰੀਆਂ, ਆਪਦੇ ਦੋਸਤ ਮਿੱਤਰ, ਉਹ ਰਿਸ਼ਤੇ ਨਿਭਾਈ ਜਾਂਦੇ ਸੀ। ਉਸੇ ਤਰ੍ਹਾਂ ਮੇਰਾ ਵੀ ਰਿਸ਼ਤਾ ਸਨੀ ਦਿਓਲ ਬਾਈ ਨਾਲ, ਧਰਮਿੰਦਰ ਫੈਮਿਲੀ ਨਾਲ, ਉਹਨਾਂ ਦਾ ਰਿਸ਼ਤਾ ਗਾਂ ਬੀਜੇਪੀ ਨਾਲ। ਸੋ ਮੈਂ ਵੀ ਮੋਦੀ ਤੋਂ ਲੈ ਕੇ ਨਿਤਨ ਗਡਕਰੀ, ਪਿਊਸ਼ ਗੋਇਲ, ਅਮਿਤ ਸ਼ਾਹ ਸਭ ਨੂੰ ਜਾਣਦਾ। ਕਦੇ ਮੁੱਕਰੇ ਹੀ ਨਹੀਂ ਆਪਾਂ ਇਹਨਾਂ ਗੱਲਾਂ ਤੋਂ। ਪਰ ਜਦੋਂ ਭੀੜ ਪਈ, ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਦੇ ਬਚਨ, ਫਿਰ ਉਹੀ ਗੱਲ ਆ ਨਾ। ਰੋਸ ਕਿਹੜਾ ਇਤਿਹਾਸ ਦਾ ਉਹ ਪੜਾ ਜਿਹੜਾ ਤੁਹਾਡੇ ਅੰਦਰ ਜ਼ਮੀਰ ਜਗਾ ਜਾਂਦਾ, ਰੋਸ ਜਗਾ ਜਾਂਦਾ। ਜਦੋਂ ਆਪਦਾ ਅਸੀਂ ਰਾਜ ਮੰਗਦੇ ਆ ਜਾਂ ਆਪਦੇ ਰਾਜ ਦੀ ਗੱਲ ਕਰਦੇ ਆ, ਇਸ ਆਈਡੀਏ ਨੂੰ ਕ੍ਰਿਮੀਨਲਾਈਜ਼ ਕਰਤਾ ਸਾਡੇ ਮਨਾਂ 'ਚ। ਉਹਨੂੰ ਐਂ ਬਣਾਤਾ ਵੀ ਇਹ ਜੇ ਗੱਲ ਕਰੋਗੇ ਨਾ, ਇਹ ਤਾਂ ਗੈਰ ਕਾਨੂੰਨੀ ਗੱਲ ਆ। ਫਿਰ ਪਾਤਸ਼ਾਹੀ ਦਾਵਾ ਜੇ ਗੁਰੂ ਦੇ ਗਿਆ, ਜੇ ਗੱਲ ਇਹ ਗੈਰ ਕਾਨੂੰਨੀ ਆ, ਫਿਰ ਤਾਂ ਸਾਡਾ ਗੁਰੂ ਗਲਤ ਸੀ। ਤੁਸੀਂ ਇਹ ਦੱਸੋ ਵੀ ਇਹਨੂੰ ਛੱਡ ਦਾਂਗੇ? ਮੰਨਦਾ ਦਿਲ ਤੁਹਾਡਾ? ਜੇ ਤੁਹਾਡਾ ਦਿਲ ਮੰਨਦਾ ਤਾਂ ਫਿਰ ਬਾਈ ਇੱਕ ਵਾਰੀ ਇਸ ਗੱਲ ਲਈ ਵੀ ਹੱਥ ਖੜੇ ਕਰ ਦਿਓ। ਸਤਿ ਸ੍ਰੀ ਅਕਾਲ। ਅੱਜ ਸਰਕਾਰ ਦੀ ਅੱਖ 'ਚ ਅੱਖ ਪਾ ਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਵੱਲੋਂ, ਜਿੰਨੀਆਂ ਸਾਡੀਆਂ ਲਾਸ਼ਾਂ ਵਿਛਾਈਆਂ ਗਈਆਂ, ਦੇਖ ਉੱਠ ਲਾਸ਼ਾਂ ਦੇ ਢੇਰ 'ਚੋਂ ਮੂਰੇ ਖੜੇ ਆ ਤੇਰੇ। ਨਹੀਂ ਮੁੱਕਦੀ ਕਦੇ ਕਤਾਰ ਸਾਡੀ, ਬਸ ਬਦਲ ਲੈਂਦੀ ਆ ਚਿਹਰੇ। ਲਾਲ ਹੋਈ ਸਾਡੀ ਧਰਤ ਅੱਗੇ ਕੀ ਤੇਰੇ ਸੁਰਖ ਸਵੇਰੇ, ਬਾਲ ਸਿਵੇ ਅਸੀਂ ਪੁੱਤਾਂ ਦੇ ਤੇਰੇ ਚੀਰੇ ਰਾਤ ਹਨੇਰੇ। ਇਹਨਾਂ ਮਾਵਾਂ ਨੂੰ ਕਦੀ ਪੁੱਛਿਆ ਕਿ ਕਿਵੇਂ ਲਾਲ ਗਵਾਚੇ ਲੱਭਦੇ ਨੇ? ਫੋਲ ਮਾਰੀ ਏ ਧਰਤ ਸਾਰੀ ਅੰਗਿਆਰ ਸੀਨੇ ਜਦੋਂ ਮਗਦੇ ਨੇ। ਉਹ ਮਾਰਨ ਥੰਮ ਤੂਫਾਨਾਂ ਨੂੰ ਜੋ ਸਿੰਘ ਬਚਿੱਤਰ ਰੱਜਦੇ ਨੇ। ਲੋਕੀ ਸੁਣ ਕੇ ਮੌਤ ਦਾ ਨਾਂ ਭੱਜਦੇ ਆ, ਮੌਤ ਵੀ ਆਉਣ ਲਈ ਸੱਜਦੇ ਨੇ। ਇਹ ਉਹ ਨਹੀਂ ਜੋ ਦਬ ਜਾਣ, ਇਹ ਤੇਰੇ ਜ਼ਬਰ ਤੋਂ ਅੱਕੇ ਨੇ। ਵਰਤੇ ਜਾਂਦੇ ਸ਼ੋਸ਼ੇ ਲਈ ਨਾ ਹੱਕ ਲੈਣ ਲਈ ਰੱਖੇ ਨੇ। ਜੇ ਪਰਖਣੇ ਉੱਤੇ ਆ ਗਏ ਫਿਰ ਪਰਖ ਲਵੀਂ ਤੂੰ ਸਬਰ ਸਾਡਾ। ਕੱਚੇ ਭਾਵੇਂ ਘਰ ਸਾਡੇ ਪਰ
ਤਖਤ ਹਿਲਾ ਕੇ ਰੱਖੇ ਨੇ। ਰਾਜ ਕਰੇਗਾ, ਰਾਜ ਕਰੇਗਾ, ਫਤਿਹ। ਜੇ ਹੁਣ ਅੱਜ ਇੱਥੇ ਅਸੀਂ ਆਏ ਆ, ਅਸੀਂ ਇਹ ਪ੍ਰਣ ਕਰਕੇ ਸਿਰਫ ਇਹ ਵੀ ਨਹੀਂ ਨਾਰੇ ਮਾਰ ਕੇ ਮੁੜ ਜੀਏ, ਅਸੀਂ ਇਹ ਚੀਜ਼ ਪ੍ਰਣ ਕਰਕੇ ਚੱਲੀਏ ਕਿ ਦੀਪ ਸਾਨੂੰ ਬਾਣੀ ਨਾਲ ਜੋੜਨ ਦੀ ਗੱਲ ਕਰਦਾ ਸੀਗਾ। ਜ਼ਿਆਦਾ ਨਹੀਂ, ਅਸੀਂ ਜਿੰਨਾ ਕੁ ਵੱਧ ਤੋਂ ਵੱਧ ਜੋੜ ਸਕਦੇ ਹਾਂ ਅਸੀਂ ਬਾਣੀ ਨਾਲ ਜੁੜੀਏ, ਕਿਉਂਕਿ ਜਦੋਂ ਅਸੀਂ ਬਾਣੀ ਨਾਲ ਜੁੜ ਗਏ ਸਾਡੇ ਨਿੱਜੀ ਹਿੱਤਾਂ ਤੋਂ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਾਂਗੇ। ਤੇ ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਕਿ ਮੈਂ ਗਦਾਰਾਂ ਵਾਲੀ ਤੁਹਾਨੂੰ ਗੱਲ ਦੱਸੀ ਆ, ਉਹ ਚਾਹੇ ਸਾਡੇ ਪਿੰਡ 'ਚ ਹੋਣ, ਚਾਹੇ ਸਾਡੇ ਗਮਾਂਡ 'ਚ ਹੋਣ, ਚਾਹੇ ਸਾਡੇ ਘਰ 'ਚ ਹੋਣ, ਚਾਹੇ ਸਾਡੇ ਦੇਸ਼ 'ਚ ਹੋਣ। ਜਿੱਦਣ ਅਸੀਂ ਇਹ ਚੀਜ਼, ਇਹ ਮਾਈਂਡ ਸੈੱਟ ਬਣਾ ਲਿਆ ਵੀ ਅਸੀਂ ਦੁਸ਼ਮਣ ਨੂੰ ਬਾਅਦ 'ਚ ਦੇਖਾਂਗੇ, ਪਹਿਲਾਂ ਗਦਾਰ ਨੂੰ ਦੇਖਾਂਗੇ, ਉਦੋਂ ਤੋਂ ਸਾਡੀ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ 'ਚ ਜਾਣੀ ਸ਼ੁਰੂ ਹੋ ਜੂਗੀ ਜੀ। ਅਸੀਂ ਕਿਸੇ ਨੂੰ ਕਦੇ ਮੰਦਾ, ਕਿਸੇ ਦਾ ਨਰਾਦਰ ਨਹੀਂ ਕਰਦੇ, ਕਿਸੇ ਨੂੰ ਮੰਦਾ ਨਹੀਂ ਬੋਲਦੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਪਰ ਅਸੀਂ ਆਪਦਾ ਤਾਂ ਨਹੀਂ ਛੱਡ ਸਕਦੇ ਨਾ, ਆਪਦੀ ਹੋਂਦ ਦੀ ਲੜਾਈ ਤੋਂ ਤਾਂ ਨਹੀਂ ਮੁਨਕਰ ਹੋ ਸਕਦੇ। ਪਹਿਲਾਂ ਸਾਨੂੰ ਸਾਡਾ ਗੁਰੂ ਆ, ਫਿਰ ਕੋਈ ਦੇਸ਼ ਆਉਂਦਾ, ਫਿਰ ਕੋਈ ਸੰਵਿਧਾਨ ਆਉਂਦਾ, ਤੇ ਗੁਰੂ ਤੇ ਕੋਈ ਸਵਾਲ ਨਹੀਂ। ਸੋ ਇਸ ਕਰਕੇ ਸਾਡਾ ਹਿੰਦੂ ਉਹ ਵੀ ਅਣਖੀ ਆ, ਸਾਡਾ ਮੁਸਲਮਾਨ ਵੀ ਅਣਖੀ ਆ, ਤੇ ਸਾਡਾ ਸਿੱਖ ਵੀ ਅਣਖੀ ਆ। ਸਾਡੇ ਇੱਥੇ ਪਹਿਲੇ ਜਾਮੇ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਜਾਮਿਆਂ ਤੱਕ ਜੋ ਇਨਕਲਾਬ ਆਇਆ ਨਾ, ਉਹ ਇਸ ਹਿੰਦੁਸਤਾਨ ਦੀ ਧਰਤੀ ਤੇ ਕਿਤੇ ਨਹੀਂ ਆਇਆ। ਇਨਕਲਾਬ ਜਿਹੜਾ ਆਇਆ ਉਹਦਾ ਆਇਆ ਹੀ ਇਸ ਧਰਤੀ ਤੇ ਆ, ਤਾਂ ਹੀ ਤਾਂ ਇਸ ਧਰਤੀ ਨੂੰ ਗੁਰੂਆਂ ਦੀ, ਪੀਰਾਂ ਦੀ ਧਰਤੀ ਕਹਿੰਦੇ ਆ। ਸੋ ਆਪਦੀਆਂ ਜ਼ਮੀਰਾਂ ਨੂੰ ਜਗਾਓ, ਦਿਓ ਹਲੂਣਾ ਥੋੜਾ ਜਿਹਾ। ਬੜੀਆਂ ਸ਼ਹਾਦਤਾਂ, ਹਜ਼ਾਰਾਂ ਸਿਰ ਲੱਗੇ ਆ ਬਾਈ ਜੀ ਇਹ ਕੌਮ ਦੀ ਹੋਂਦ ਨੂੰ ਸਾਂਭਣ ਵਾਸਤੇ, ਇਹਦੀ ਕੌਮੀਅਤ ਨੂੰ ਸਾਂਭਣ ਵਾਸਤੇ ਹਜ਼ਾਰਾਂ ਸਿਰ, ਲੱਖਾਂ ਸਿਰ ਲੱਗੇ ਆ। ਉਹ ਖੂਹ ਖਾਤੇ 'ਚ ਨਹੀਂ ਪੈਣੇ ਚਾਹੀਦੇ। ਇੰਨੀਆਂ ਕੀ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ।